इस मन को कोई खोजो पाई। इस मन को कोई खोजो पाई। तन छूटै मन कहाँ समाई। इस मन को कोई खोजो पाई। सुख मांगत दुख आगे आवे। सो सुख हमो न मांगया पावे। बिखया अझों सुरत सुख आसा। कैसे होई है राजा राम निवासा। इस सुख ते शिव ब्रह्म डराना। सो सुख हम हूँ साच कर जाना। इस मन को कोई खोजो पाई। तन छूटै मन कहाँ समाई। इस मन को कोई खोजो पाई। सनकादक नारद मुन सेखा। तिन पीतन में मन नहीं पेखा। गुर प्रसादी जय दियो नामा। भगत कै प्रेम इन्ही है जाना। इस मन को कोई खोजो पाई। जिसका परम गया तिन साच पछाना। इस मन को रूप न रेख्या काई। हुक्म होया हुक्म बूझ समाई। इस मन को रूप न रेख्या काई। हुक्म होया हुक्म बूझ समाई। इस मन का कोई जाने प्यो। ਇਹ ਮਨ ਲੀਣ ਭਏ ਸੁਖ ਦਿਓ। ਜਿਉ ਏਕ ਅਰ ਸਗਲ ਸਰੀਰਾ। ਇਸ ਮਨ ਕੋ ਰਵ ਰਹੇ ਕਬੀਰਾ। ਕਹੋ ਕਬੀਰ ਜੋ ਜਾਣੈ ਪਿਓ। ਮਨ ਮਧੁਸੂਦਨ ਤਿਰਭਵਨ ਦਿਓ। इस मन को कोई खोजो पाई। तन छूटै मन कहाँ समाई। इस मन को कोई खोजो पाई। इस मन को कोई खोजो पाई। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵੋ ਇਹ
ਸੱਚੀ ਬਾਣੀ। ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਾਣੀ ਆਨੰਦ ਸਾਹਿਬ ਦੇ ਰਾਹੀਂ ਸਾਨੂੰ ਅੱਗੇ ਬਚਨ ਫਰਮਾਉਣੇ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਫਰਮਾ ਰਹੇ हैं ਵੀ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ। ਜੇ ਕੋਈ ਸਿੱਖ ਗੁਰੂ ਦੇ ਸਨਮੁਖ ਹੋ ਜਾਵੇ ਔਰ ਆਪਣੇ ਹਿਰਦੇ ਤੋਂ ਜੀ ਤੋਂ ਗੁਰੂ ਦੇ ਨਾਲ ਜੁੜ ਜਾਏ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸਮਾਲੇ। ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਵਸਾ ਲਵੇ, ਧਿਆ ਲਵੇ ਔਰ ਅੰਤਰ ਆਤਮੇ ਉਹਨੂੰ ਅੰਦਰ ਸੰਭਾਲ ਲਵੇ, ਚਰਨ ਕਮਲਾਂ ਨੂੰ। ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨਾ ਜਾਣੈ ਕੋਇ। ਆਪਣਾ ਆਪਾ ਛੱਡ ਕੇ, ਈਗੋ ਹਉਮੈ ਛੱਡ ਕੇ ਗੁਰੂ ਦੇ ਆਸਰੇ ਹੋ ਜਾਏ, ਪ੍ਰਾਇਣ ਹੋ ਜਾਏ। ਗੁਰ ਬਿਨ ਅਵਰ ਨਾ ਜਾਣੈ ਕੋਇ। ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਜਾਣੇ। ਬਿਨ ਗੁਰ ਹੋਰ ਧਿਆਨ ਹੈ ਸਭ ਦੂਜਾ ਪਾਓ। ਭਾਈ ਗੁਰਦਾਸ ਜੀ ਜਿਹਨੇ ਗੁਰੂ ਨੂੰ ਧਿਆ ਲਿਆ, ਗੁਰੂ ਦਾ ਹੋ ਗਿਆ, ਉਹ ਰੱਬ ਦਾ ਹੋ ਗਿਆ। ਪਰਮਾਤਮਾ ਦੀ ਪ੍ਰਾਪਤੀ ਗੁਰੂ ਬਿਨਾਂ ਨਹੀਂ ਹੋ ਸਕਦੀ। ਇਹ ਗੁਰਬਾਣੀ ਦਾ ਕਮਿਟਡ ਨਿਸ਼ਚਾ ਹੈ, ਕਿਉਂਕਿ ਗੁਰੂ ਨੇ ਪਹਿਲੇ ਹਉਮੈ ਤੋੜਨੀ ਹੈ। ਆਪ ਛੱਡ ਸਦਾ ਰਹਿ ਪਰਨੈ। ਇਹ ਜਿਹੜਾ ਆਪ ਦਾ ਛੱਡਣਾ, ਇਹ ਬਹੁਤ ਅਤਿਅੰਤ ਅਟਮੋਸਟ ਇੰਪੋਰਟੈਂਟ ਹੈ ਸਿੱਖ ਧਰਮ ਦੇ ਵਿੱਚ, ਯਾਨੀ ਸਪਿਰਿਚੁਅਲਿਟੀ, ਡਿਵਿਨਿਟੀ ਦੇ ਵਿੱਚ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਉਹੀ ਸਿੱਖ ਸਨਮੁਖ ਹੁੰਦਾ ਜਿਹੜਾ ਆਪਾ ਛੱਡ ਕੇ ਗੁਰੂ ਦਾ ਬਣ ਜਾਏ, ਆਪਣੀ ਹਉਮੈ ਨੂੰ ਛੱਡੇ, ਗੁਰੂ ਦਾ ਬਣ ਜਾਏ। ਸਾਧ ਸੰਗਤ ਜੀ, ਇਹ ਚਾਰ ਸ਼ਬਦ ਹੈ: ਬੇਮੁਖ, ਮਨਮੁਖ, ਸਨਮੁਖ ਔਰ ਗੁਰਮੁਖ। ਥੋੜ੍ਹੀ ਜਿਹੀ ਵਿਚਾਰ ਇਹਨਾਂ ਦੀ ਕਰਦੇ ਚੱਲੀਏ। ਬੇਮੁਖ ਉਹ ਬੰਦਾ ਹੁੰਦਾ ਜਿਹੜਾ ਗੁਰੂ ਔਰ ਰੱਬ ਦੇ ਨਾਲ ਵੀ ਆਡਾ ਲਾਉਂਦਾ, ਮੰਨਦਾ ਹੀ ਨਹੀਂ ਉਹਨਾਂ ਨੂੰ, ਆਪਣੇ ਆਪੇ ਨੂੰ ਬੜਾ ਕਰਦਾ। ਸਿੱਖ ਇਤਿਹਾਸ ਦੇ ਵਿੱਚ ਵੀ ਐਸੀਆਂ ਮਿਸਾਲਾਂ ਮੌਜੂਦ ਹੈ। ਧੀਰਮਲ ਸੀ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਚਾਚਾ ਦੇ ਉੱਪਰ ਗੋਲੀ ਚਲਵਾਈ ਸੀਹੇ ਮਸੰਤ, ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਨੇ ਹੀ ਦਿਨ ਰੇਤੇ ਦੇ ਵਿੱਚ ਦੱਬ ਕੇ ਰੱਖਿਆ, ਜਿਹੜਾ ਕਿ ਬਾਅਦ ਵਿੱਚ ਮੱਖਣ ਸ਼ਾਹ ਲੁਬਾਣੇ ਨੇ ਜਾ ਕੇ ਕਢਾਇਆ। ਤੋ ਅਜਿਹੇ ਕਰਮ ਕਰਨ ਵਾਲਾ ਬੇਮੁਖ ਹੁੰਦਾ। ਇੱਕ ਪ੍ਰਿਥੀ ਚੰਦ ਹੋਏ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ, ਉਹਨਾਂ ਨੇ ਵੀ ਬੇਮੁਖਾਂ ਵਾਲੇ ਕਰਮ ਕਰੇ। ਜਦੋਂ ਪਾਤਸ਼ਾਹ ਹਰਗੋਬਿੰਦ ਸਾਹਿਬ ਅਜੇ ਬਾਲ ਸੀਗੇ, ਉਹਨਾਂ ਦੇ ਉੱਪਰ ਕਿੰਨੀ ਵਾਰੀ ਉਹਨਾਂ ਦੀ ਜਾਨ ਲੈਣ ਦਾ ਯਤਨ ਕਰਿਆ ਵੀ ਗੁਰਗੱਦੀ ਮੇਰੇ ਕੋਲ ਰਹੇ। ਸੰਸਾਰੀ ਬੰਦਾ ਸੀ ਪ੍ਰਿਥੀਆ। ਤੋ ਬੇਮੁਖ ਤੋਂ ਅਗਲਾ ਫਿਰ ਸਟੈਪ ਹੁੰਦਾ ਹੈ ਮਨਮੁਖ ਦਾ। ਮਨਮੁਖ ਆਡੇ ਤਾਂ ਨਹੀਂ ਲਾਉਂਦਾ ਗੁਰੂ ਜਾਂ ਰੱਬ ਦੇ ਨਾਲ, ਪਰ ਆਪਣੇ ਮਨ ਨਾਲ ਚੱਲਦਾ। ਗੁਰੂ ਦੀ ਨਹੀਂ ਮੰਨਦਾ, ਆਪਣੇ ਮਨ ਨੂੰ ਬੜਾ ਕਰਦਾ। ਮੋਹਰੀ ਤਾਂ ਸਨਮੁਖਾਂ 'ਚ ਆਉਂਦਾ, ਪਰ ਜਿਹੜੇ ਗੁਰੂ ਅੰਗਦ ਦੇਵ ਜੀ ਦੇ ਦੋਹੇ ਸਾਹਿਬਜ਼ਾਦੇ ਸੀ, ਦਾਤੂ ਜੀ ਔਰ ਦਾਸੂ ਜੀ, ਉਹ ਮਨਮੁਖਾਂ ਵਿੱਚ ਆਉਂਦੇ। ਭਾਵੇਂ ਗੁਰੂ ਪੁੱਤਰ ਹੈ, ਪਰ ਫਿਰ ਵੀ ਉਹਨਾਂ ਨੇ ਗੁਰੂ ਪਿਤਾ ਦਾ ਹੁਕਮ ਨਹੀਂ ਮੰਨਿਆ। ਇੱਕ ਨੇ ਤਾਂ ਲੱਤ ਵੀ ਮਾਰ ਦਿੱਤੀ ਸੀ ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਬਖਸ਼ੀ, ਪਲੰਘ ਦੇ ਉੱਤੇ ਬਿਠਾਏ, ਬਿਰਾਜਮਾਨ ਕਰਾਏ, ਆ ਕੇ ਗੁਰਿਆਈ ਸਾਡੀ ਹੈ, ਲੱਤ ਮਾਰ ਦਿੱਤੀ ਸੀ। ਹੋਰ ਵੀ ਐਸਾ ਗੁਰੂ ਘਰਾਂ ਵਿੱਚ ਹੁੰਦਾ ਰਿਹਾ। ਤੋ ਸਨਮੁਖ ਕੌਣ ਹੁੰਦਾ ਹੈ? ਸਨਮੁਖ ਹੁੰਦਾ ਜਿਹੜੀ ਆ ਬਾਤ ਹੁਣੇ ਗੁਰੂ ਸਾਹਿਬ ਨੇ ਫਰਮਾਈ ਹੈ ਵੀ ਆਪਾ ਛੱਡ ਕੇ ਗੁਰੂ ਨੂੰ ਸਮਰਪਣ ਹੋ ਜਾਏ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀ। ਮੋਹਰੀ ਜੀ ਔਰ ਮੋਹਨ ਜੀ ਦੋ ਪੁੱਤਰ ਸੀ ਗੁਰੂ ਅਮਰਦਾਸ ਜੀ ਦੇ। ਮੋਹਨ ਜੀ ਤਾਂ ਗੁਰੂ ਪਿਤਾ ਦੇ ਕਹੇ ਤੋਂ ਨਹੀਂ ਉਹਨਾਂ ਨੇ ਚਰਨੀ ਹੱਥ ਲਗਾਇਆ, ਗੁਰੂ ਰਾਮਦਾਸ ਜੀ ਜੇਠਾ ਜੀ ਦੇ, ਲੇਕਿਨ ਮੋਹਰੀ ਨੇ ਲਗਾ ਦਿੱਤਾ ਸੀ। ਜਿਹੜਾ ਗੁਰੂ ਵੱਲ ਹੋ ਜੇ ਆਪਾ ਛੱਡ ਕੇ, ਉਹਨੂੰ ਸਨਮੁਖ ਕਿਹਾ ਜਾਂਦਾ। ਤੇ ਜਿਹੜਾ ਹੁੰਦਾ ਗੁਰਮੁਖ,
ਉਹਦੀ ਅਵਸਥਾ ਬਹੁਤ ਉੱਚੀ ਹੁੰਦੀ। ਸਾਧ ਸੰਗਤ ਜੀ, ਉਹ ਸਨਮੁਖ ਤਾਂ ਉਹ ਹੁੰਦਾ ਹੀ ਹੁੰਦਾ ਹੈ, ਪਰ ਉਹਦੇ ਅੰਦਰ ਗੁਰੂ ਨੇ ਬਖਸ਼ਿਸ਼ ਕਰਕੇ ਨਾਮ ਦੀ ਬਰਕਤ ਵੀ ਦਿੱਤੀ ਹੋਈ ਹੁੰਦੀ। ਉਹ ਨਾਮ ਜਪਦਾ, ਨਾਮ ਧਿਆਉਂਦਾ, ਨਾਮ ਅੰਦਰ ਪ੍ਰਗਟ ਹੋ ਜਾਂਦਾ ਉਹਦੇ। ਗੁਰੂ ਪੁੱਤਰਾਂ ਦੇ ਵਿੱਚੋਂ ਜਾਂ ਗੁਰੂ ਦੇ ਜਿਹੜੇ ਦਾਮਾਦ ਸੀਗੇ ਉਹਨਾਂ ਦੇ ਵਿੱਚੋਂ ਆਪਾਂ ਮਿਸਾਲਾਂ ਲੈ ਸਕਦੇ ਹਾਂ ਗੁਰਮੁਖਾਂ ਦੀਆਂ। ਜਿਵੇਂ ਜੇਠਾ ਜੀ ਸੀਗੇ, ਦਾਮਾਦ ਲੱਗਦੇ ਸੀਗੇ ਗੁਰੂ ਅਮਰਦਾਸ ਜੀ ਦੇ, ਜਿਹੜੇ ਬਾਅਦ 'ਚ ਗੁਰੂ ਰਾਮਦਾਸ ਜੀ ਬਣੇ। ਉਹ ਗੁਰਮੁਖ ਬਣੇ। ਫਿਰ ਗੁਰੂ ਰਾਮਦਾਸ ਜੀ ਦੇ ਸਪੁੱਤਰਾਂ ਤਿੰਨਾਂ 'ਚੋਂ ਇੱਕ ਗੁਰੂ ਅਰਜਨ ਦੇਵ ਜੀ ਗੁਰੂ ਪੁੱਤਰ, ਉਹ ਗੁਰਮੁਖ ਬਣੇ। ਜਿਨ੍ਹਾਂ ਦੇ ਕੋਲ ਗੁਰਿਆਈ ਆਈ ਉਹ ਗੁਰਮੁਖ ਬਣੇ, ਜਿਨ੍ਹਾਂ ਦੇ ਅੰਦਰ ਨਾਮ ਚੱਲਿਆ। ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹ ਗੁਰੂ ਪੁੱਤਰ ਗੁਰਮੁਖ ਬਣੇ। ਗੁਰਮੁਖ ਬਹੁਤ ਉੱਚਾ ਸ਼ਬਦ ਹੈ ਗੁਰਬਾਣੀ 'ਚ, ਪਰ ਜਿੱਥੇ ਬ੍ਰਹਮ ਗਿਆਨੀ ਆ ਗੁਰੂ ਦੀ ਗੱਲ ਆਉਂਦੀ ਆ, ਉੱਥੇ ਇਹ ਸ਼ਬਦ ਵੀ ਕੁਛ ਹੇਠਾਂ ਆ ਜਾਂਦਾ, ਛੋਟਾ ਪੈ ਜਾਂਦਾ। ਪਹਿਲਾਂ ਵਿਚਾਰਾਂ ਹੋ ਚੁੱਕੀਆਂ ਐਸੀਆਂ। ਭਾਈ ਗੁਰਦਾਸ ਜੀ ਨੇ ਫਰਮਾਇਆ, 100 ਵਿੱਚ ਵਰਤੈ ਸਿੱਖ ਸੰਤ, ਇਕੋਤਰ 100 ਸਤਿਗੁਰ ਅਵਿਨਾਸੀ। ਸਿੱਖ ਸੰਤ 100 ਵਿੱਚ ਵਰਤਦਾ ਹੈ, ਗੁਰੂ ਅਵਿਨਾਸੀ 101 ਹੁੰਦਾ, ਇਕੋਤਰ 100। ਕਿਤੇ ਨਾ ਕਿਤੇ ਥੋੜ੍ਹਾ ਬਹੁਤ ਫਰਕ ਜ਼ਰੂਰ ਹੈ, ਪਹਿਲਾਂ ਵੀ ਵਿਚਾਰਾਂ ਆ ਲਈਆਂ ਐਸੀਆਂ। ਤੋ ਸਾਧ ਸੰਗਤ ਜੀਓ, ਗੁਰਮੁਖ ਹੋਣਾ ਬਹੁਤ ਉੱਚੀ ਅਵਸਥਾ। ਬੰਦੇ ਦੀ ਸਭ ਤੋਂ ਉੱਚੀ ਅਵਸਥਾ ਗੁਰਮੁਖਤਾ ਹੀ ਹੋਇਆ। ਸਤਿਗੁਰੂ ਹੋਣਾ ਤਾਂ ਚਲੋ ਦੁਰਲੱਭ ਚੀਜ਼ ਹੈ, ਉਹ ਤਾਂ ਪਰਮਾਤਮਾ ਦੇ ਹੁਕਮ ਵਿੱਚ ਉਹੀ 10 ਗੁਰੂ ਸਾਹਿਬਾਨ ਗੁਰੂ ਬਣੇ। ਬਾਕੀ ਗੁਰਮੁਖ ਤਾਂ ਹੁਣ ਵੀ ਹੋ ਰਹੇ, ਫੇਰ ਵੀ ਹੁੰਦੇ ਰਹਿਣਗੇ। ਗੁਰਬਾਣੀ ਗੁਰੂ ਨੂੰ ਪੜ੍ਹ ਕੇ, ਸੁਣ ਕੇ, ਵਿਚਾਰ ਕੇ, ਬੁੱਝ ਕੇ ਗੁਰਮੁਖਤਾ ਹੀ ਆ ਸਕਦੀ ਹੈ ਸੰਗਤ ਦੇ ਵਿੱਚ, ਗੁਰੂ ਦੀ ਮਿਹਰ ਦੇ ਨਾਲ, ਜੇ ਗੁਰਬਾਣੀ ਬਖਸ਼ਿਸ਼ ਕਰੇ ਤਾਂ। ਤੋ ਇਹ ਜਿਹੜੀ ਆ ਵਿਚਾਰਾਂ ਸਾਧ ਸੰਗਤ ਜੀ, ਉਹ ਗੁਰੂ ਘਰ 'ਚੋਂ ਇਸ ਕਰਕੇ ਵੀ ਸਮਝ ਆ ਜਾਏ, ਪਕੜ 'ਚ ਆ ਜਾਏ ਗੱਲ, ਬਾਹਰ ਤੋਂ ਇਹ ਪਕੜ 'ਚ ਨਹੀਂ ਆਉਂਦੀ ਗੱਲ। ਇਹ ਗੱਲ ਜੁਦੀ ਹੈ ਵੀ ਅਸੀਂ ਜਿਹੜੇ ਸਤੋਗੁਣੀ ਪੁਰਸ਼ ਹੁੰਦੇ, ਮਾਇਆਵੀ, ਮਾਇਆ ਦਾ ਗੁਣ ਹੁੰਦਾ ਸਤੋ, ਉਹ ਵੀ ਚੰਗੇ ਹੁੰਦੇ ਆਮ ਲੋਕਾਂ ਨਾਲੋਂ, ਜ਼ਮੀਰ ਨਾਲ ਚੱਲਦੇ ਆ, ਅੰਤਰਮੁਖੀ ਵੀ ਹੁੰਦੇ ਆ, ਆਪਣੇ ਕਰੇ ਹੋਏ 'ਚੋਂ ਦੂਜੇ ਨੂੰ ਵੀ ਦਿੰਦੇ ਆ। ਅਤੇ ਲੋਕਾਂ ਨੂੰ ਸਾਨੂੰ ਭਰਮ ਪੈ ਜਾਂਦਾ ਵੀ ਇਹ ਗੁਰਮੁਖ ਹੈ ਜਾਂ ਇਹ ਸੰਤ ਹੈ। ਗੁਰਬਾਣੀ ਉਹਨਾਂ ਨੂੰ ਸੰਤ ਨਹੀਂ ਮੰਨਦੀ, ਹਾਲਾਂਕਿ ਸਤਿਕਾਰ ਕਰਦੀ ਹੈ। ਸਰਵਣ ਭਗਤ, ਧਿਆਨੂ ਭਗਤ, ਅਜਿਹੇ ਭਗਤ ਜਿਹੜੇ ਸਤੋਗੁਣੀ ਹੋਏ ਹੈ, ਉਹਨਾਂ ਦੀ ਗੁਰਬਾਣੀ ਨੇ ਵਡਿਆਈ, ਗੁਰਬਾਣੀ ਵਿੱਚ ਤਾਂ ਨਹੀਂ ਹੈ ਲੇਕਿਨ ਸਤਿਕਾਰ ਜ਼ਰੂਰ ਦਿੱਤਾ ਹੈ ਗੁਰਬਾਣੀਕਾਰਾਂ ਨੇ। ਹੋਏ ਸਰਵਣ ਬਿਰਲਾ ਕੋਈ, ਹੋਵੇ ਸਰਵਣ ਬਿਰਲਾ ਕੋਈ, ਭਾਈ ਗੁਰਦਾਸ ਜੀ ਨੇ ਵੀ ਲਿਖੀ ਹੈ ਬਾਤ। ਹੁੰਦੇ ਤਾਂ ਬਹੁਤ ਰੇਅਰ ਹੈ, ਉਸੇ ਵੀ ਸਤੋਗੁਣੀ ਕਿਹੜੇ ਸੌਖਾ ਹੁੰਦਾ ਬਣਨਾ ਬੰਦੇ ਦਾ, ਪਰ ਗੁਰਮੁਖਤਾ ਹੀ ਤਾਂ ਜਦੋਂ ਮਾਇਆ ਦੇ ਤਿੰਨੇ ਗੁਣ ਕੱਢ ਜਾਏ, ਸਤੋ ਵੀ ਕੱਢ ਜਾਵੇ, ਟੋਟਲੀ ਸਮਰਪਿਤ ਹੋ ਜਾਏ ਗੁਰੂ ਨੂੰ, ਪਰਮਾਤਮਾ ਨੂੰ, ਬੰਦਾ ਮਹਾਂਪੁਰਸ਼ ਬਣ ਜਾਏ, ਉਹਨੂੰ ਗੁਰਮੁਖ ਕਹਿੰਦੇ। ਤਾਂ ਕੁਛ ਨਾ ਕੁਛ ਵਿਚਾਰ ਜੇ ਸਮਝ ਵਿੱਚ ਬਹਿ ਜਾਏ ਤਾਂ ਅੱਛੀ ਬਾਤ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਕੋਈ ਬੇਮੁਖ ਬਣ ਕੇ ਦੇਖ ਲਵੇ, ਸਤਿਗੁਰੂ ਬਿਨਾਂ ਮੁਕਤੀ ਨਹੀਂ ਹੁੰਦੀ। ਔਰ ਸਤਿਗੁਰੂ ਦੀ ਇਹ ਵਡਿਆਈ ਹੈ ਵੀ ਜੇ ਬੇਮੁਖ ਵੀ ਫਿਰ ਕਿਸੇ ਟਾਈਮ ਆਪਣੇ ਸੰਸਕਾਰਾਂ ਦੇ ਅਨੁਸਾਰ ਪਿਛਲਾ ਕੋਈ ਫੁੱਟ ਪਵੇ, ਉਹ ਵੀ ਗੁਰੂ ਪਰਾਇਣ ਹੋ ਜਾਏ ਤਾਂ ਉਹਦਾ ਵੀ ਉਧਾਰ ਹੋ ਜਾਂਦਾ। ਕਈ ਗੁਰੂ ਪੁੱਤਰ ਐਸੇ ਵੀ ਹੈ ਜਿਹੜੇ ਗੁਰੂ ਤੋਂ ਮੁੱਖ ਮੋੜਦੇ ਰਹੇ, ਆਪਣੇ ਪਿਤਾ ਦਾ ਕੌਲ ਨਹੀਂ ਪਾਲਿਆ, ਲੇਕਿਨ ਐਸਾ ਆਉਂਦਾ ਲਿਖਤ ਵਿੱਚ ਵੀ ਉਹ ਪਿਛਲੀ ਉਮਰ ਵਿੱਚ ਫਿਰ ਗੁਰੂ ਪਰਾਇਣ ਹੋਏ। ਉਹਨਾਂ ਦੀ ਵਡਿਆਈ ਹੈ, ਕਦੇ ਵੀ ਹੋ ਜਾਏ ਕੋਈ, ਸਾਰੀ ਉਮਰ ਕੁਕਰਮ ਕਰਕੇ ਵੀ, ਬੇਮੁਖ ਹੋ ਕੇ ਵੀ, ਜੇ ਮਰਨ ਦੇ ਸਮੇਂ ਵੀ ਉਹ ਅਜਾਮਲ ਦੀ ਤਰ੍ਹਾਂ ਯਾਦ ਕਰ ਲਵੇ ਪਰਮਾਤਮਾ ਨੂੰ ਮਨ ਤੋਂ, ਉਹਦਾ ਵੀ ਉਧਾਰ ਹੋ ਜਾਂਦਾ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਸਤਿਗੁਰੂ ਤੋਂ ਬਿਨਾਂ ਕਿਤੇ ਵੀ ਮੁਕਤੀ ਨਹੀਂ ਹੈ, ਜਾ ਕੇ ਪੁੱਛ ਲਓ ਵਿਵੇਕ ਵਾਲੇ ਵਿਚਾਰਵਾਨ ਬੰਦਿਆਂ ਨੂੰ। ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਕਿੰਨੀਆਂ ਹੀ ਜੂਨੀਆਂ 'ਚ ਭਟਕਦਾ ਫਿਰਦਾ ਬੰਦਾ, ਸਤਿਗੁਰੂ ਬਿਨਾਂ ਮੁਕਤੀ ਨਹੀਂ ਹੈ।
ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਇੰਨੀਆਂ ਜੂਨਾਂ 'ਚ ਭਟਕਣ ਤੋਂ ਬਾਅਦ ਵੀ ਜੇ ਗੁਰੂ ਦੇ ਚਰਨਾਂ 'ਚ ਪੈ ਜੇ ਆ ਕੇ ਤਾਂ ਮੁਕਤੀ ਹੋ ਜਾਂਦੀ ਹੈ, 84 ਕੱਟੀ ਜਾਂਦੀ ਹੈ, ਪਰਮਾਤਮਾ ਨਾਲ ਮਿਲਾਪ ਵੀ ਹੋ ਜਾਂਦਾ। ਪਰ ਇਹ ਹੋਏਗਾ ਤਾਂ ਹੀ ਜੇ ਸਤਿਗੁਰੂ ਉਹਨੂੰ ਸ਼ਬਦ ਸੁਣਾਊਗਾ। ਕੌਡਾ, ਸੱਜਣ, ਹਮਜ਼ਾ ਕੌਂਸ, ਭੂਮੀਆ ਚੋਰ, ਇਹ ਸਾਰੇ ਸਤਿਗੁਰੂ ਦੇ ਸ਼ਬਦ ਦੇ ਨਾਲ ਮੁਕਤੀ ਪਾਈ ਇਹਨਾਂ ਨੇ। ਭਾਵੇਂ ਕਿ ਜਿਹੜਾ ਕਰਮ ਸੀਗਾ ਉਹ ਬਹੁਤ ਮੰਦਾ ਸੀ, ਮੈਲਾ ਸੀ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਕਰ ਲਓ ਵਿਚਾਰ ਭਾਈ, ਪਾਤਸ਼ਾਹ ਫਰਮਾਉਂਦੇ ਆ ਬਿਨਾਂ ਸਤਿਗੁਰੂ ਤੋਂ ਮੁਕਤੀ ਨਹੀਂ ਹੈ ਕਿਤੇ ਵੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਸਤਿਗੁਰੂ ਦੇ ਪਿਆਰੇ ਸਿੱਖੋ, ਆਓ ਬਾਣੀ ਨੂੰ ਗਾਈਏ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਹੜੀ ਸਾਰੀਆਂ ਹੀ ਬੋਲੀਆਂ ਦੇ ਸਿਰ ਤੇ ਬੋਲੀ ਬਾਣੀ ਹੈ ਗੁਰੂ ਦੀ, ਉਹਨੂੰ ਗਾਈਏ। ਕੱਚੀਆਂ ਬਾਣੀਆਂ ਬਹੁਤ ਹੈ, ਕੱਚ ਪਿੱਚ ਬੋਲਣੇ ਵਾਲੇ ਕਚਕੈੜ ਗੁਰੂ ਵੀ ਬਹੁਤ ਹੈ ਸੰਸਾਰ ਦੇ ਵਿੱਚ, ਪਰ ਜਿਹੜਾ ਸੱਚਾ ਗੁਰੂ ਹੈ, ਅੱਜ ਕੱਲ੍ਹ ਗੁਰਬਾਣੀ ਹੈ, ਉਹਦੇ ਲੜ ਲੱਗਣਾ, ਗੁਰਬਾਣੀ ਤੋਂ ਬਖਸ਼ਿਸ਼ ਦੀ ਆਸ ਕਰਨੀ, ਇਹੀ ਸਿੱਖ ਦਾ ਪ੍ਰਯੋਜਨ ਹੋਣਾ ਚਾਹੀਦਾ। ਬਜਾਏ ਕਿਸੇ ਨਕਲੀ ਡੰਬੀ ਪਖੰਡੀ ਗੁਰੂ ਕੋਲ ਜਾਏ, ਕੱਚੇ ਗੁਰੂ ਕੋਲ ਜਾਏ। ਪੂਰਾ ਗੁਰੂ ਜਿਹਦੇ ਉੱਤੇ ਮੋਹਰ ਲੱਗੀ ਹੋਈ ਹੈ ਉਹਦੇ ਪਰਨੇ ਹੋ ਜਾਏ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਨੀ। ਇਹ ਜਿਹੜੀ ਗੁਰੂ ਕੀ ਬਾਣੀ ਹੈ, ਇਹ ਕਿਹਦੇ ਹਿਰਦਿਆਂ ਵਿੱਚ ਸਮਾਉਂਦੀ ਹੈ? ਜਿਨ੍ਹਾਂ ਦੇ ਉੱਤੇ ਉਹਦਾ ਪੂਰੀ ਨਜ਼ਰ ਹੋਵੇ ਔਰ ਕਰਮ ਹੋਵੇ। ਕਰਮ ਪਰਮਾਤਮਾ ਦਾ ਹੋਵੇ, ਨਜ਼ਰ ਗੁਰੂ ਦੀ ਹੋਵੇ, ਉਹਨਾਂ ਦੇ ਹਿਰਦਿਆਂ ਵਿੱਚ ਇਹ ਸਮਾਉਂਦੀ ਹੈ। ਕੰਠ ਕਰ ਲੈਣੀ ਸਾਧ ਸੰਗਤ ਜੀ, ਉਹ ਕਈ ਵਾਰ ਵਿਚਾਰ ਹੋਲੀ ਬਾਤ ਹੋਰ ਹੈ, ਚੰਗੀ ਬਾਤ ਹੈ ਲੇਕਿਨ ਹੋਰ ਗੱਲ ਹੈ। ਪਰ ਹਿਰਦੇ 'ਚ ਬਾਣੀ ਸਮਾ ਜਾਵੇ, ਇਹ ਤਾਂ ਬਹੁਤ ਉੱਚੀ ਗੱਲ ਹੈ। ਜਿਹਦੇ ਹਿਰਦੇ 'ਚ ਬਾਣੀ ਸਮਾ ਗਈ, ਉਸੇ ਦੇ ਅੰਦਰ ਨਾਮ ਪੈਦਾ ਹੋਣਾ। ਬਾਣੀ ਹਿਰਦੇ ਵਿੱਚ ਸਮਾਉਂਦੀ ਹੈ ਜਦੋਂ, ਉਦੋਂ ਮਨ ਵਿੱਚ ਨਾਮ ਪੈਦਾ ਹੁੰਦਾ, ਉਸ 'ਤੇ ਉਰੇ ਉਰੇ ਨਹੀਂ ਹੁੰਦਾ। ਜੇ ਕੋਈ ਸਰੀਰਕ ਗੁਰੂ ਵੀ ਕਿਸੇ ਨੂੰ ਕਿਸੇ ਟਾਈਮ ਮਿਲੇ, ਉਹਨਾਂ ਨੇ ਵੀ ਅੱਗੇ ਸ਼ਬਦ ਦਿੱਤਾ। ਬੇਸ਼ੱਕ ਗੁਰੂ ਨੂੰ ਦੇਖਦੇ ਸਾਰ ਹਉਮੈ ਟੁੱਟੀ, ਹੰਕਾਰ ਟੁੱਟਿਆ, ਚਰਨਾਂ ਨੂੰ ਗਿਰੇ, ਪਰ ਜਿਹੜਾ ਅਸਲੀ ਕਲਿਆਣ ਹੈ ਉਹ ਤਾਂ ਹੌਲੀ ਹੌਲੀ ਹਉਮੈ, ਕਿਉਂਕਿ ਦੇਰ ਨਾਲ ਟੁੱਟਦੀ ਹੈ, ਟੁੱਟਦੀ ਟੁੱਟ ਜਾਂਦੀ ਹੈ। ਸੋਧਤ 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 ਸੀਜਿਆ। ਜਦੋਂ ਮਨ ਗਿਰ ਪਵੇ ਹੇਠਾਂ, ਮੈਂ ਟੁੱਟਣ ਲੱਗ ਜੇ, ਤਾਂ ਫਿਰ ਉਹ ਟੁੱਟਦੀ ਪੂਰੀ ਟੁੱਟ ਜਾਂਦੀ ਹੈ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਭਾਈ ਅੰਮ੍ਰਿਤ ਛਕੋ, ਹਰੀ ਦੇ ਨਾਲ ਹਮੇਸ਼ਾ ਰਹੋ, ਔਰ ਸਾਰੰਗ ਪਾਣੀ ਪਰਮਾਤਮਾ ਨੂੰ ਧਿਆਓ। ਸਾਰੰਗ ਪਾਣੀ ਸ਼ਬਦ ਸਾਧ ਸੰਗਤ ਜੀ ਉਹ ਕ੍ਰਿਸ਼ਨ ਜੀ ਖਾਤਰ ਆਉਂਦਾ, ਵੈਸੇ ਜਿਹਨੇ ਸਰਿੰਗਾ ਚੱਕਿਆ ਹੋਇਆ। ਪਰ ਗੁਰਬਾਣੀ ਦੇ ਵਿੱਚ ਕੋਈ ਵੀ ਕੀਰਤਨ ਨਾਮ ਜਿੰਨੇ ਵੀ ਹੈ, ਉਹ ਸਭ ਪਰਮਾਤਮਾ ਖਾਤਰ ਆਏ ਹੋਏ। ਪੀਵੋ ਅੰਮ੍ਰਿਤ, ਕਿਹੜੇ ਅੰਮ੍ਰਿਤ ਦੀ ਬਾਤ ਹੋ ਰਹੀ ਹੈ? ਗੁਰਬਾਣੀ ਦੀ। ਗੁਰਬਾਣੀ ਅੰਮ੍ਰਿਤ ਹੈ, ਜਿਹਦੇ ਤੋਂ ਨਾਮ ਪੈਦਾ ਹੁੰਦਾ ਉਹ ਵੀ ਅੰਮ੍ਰਿਤ ਹੈ। ਤੋ ਬੰਦੇ ਦੀ ਜਿਹੜੀ ਕੋਸ਼ਿਸ਼ ਹੈ, ਖਾਸ ਕਰਕੇ ਗੁਰਸਿੱਖ ਦੀ ਜਿਹੜੀ ਕੋਸ਼ਿਸ਼ ਹੈ, ਉਹ ਇਹ ਹੋਣੀ ਚਾਹੀਦੀ ਹੈ ਵੀ ਮੈਂ ਅੰਮ੍ਰਿਤ ਛਕਾਂ। ਬਾਹਰੋਂ ਜਿਵੇਂ ਨਲਕਾ ਜਦੋਂ ਲਾਈਦਾ, ਬੋਰ ਕਰੀਦਾ, ਉੱਪਰੋਂ ਪਾਣੀ ਪਾਇਆ ਜਾਂਦਾ, ਫਿਰ ਅੰਦਰ ਤੋਂ ਪਾਣੀ ਪ੍ਰਗਟ ਹੋ ਜਾਂਦਾ ਨਲਕੇ 'ਚ। ਪਹਿਲਾਂ ਅੰਮ੍ਰਿਤ ਛਕਣ ਦੀ ਰਸਮ ਕਰੇ, ਗੁਰੂ ਨੂੰ ਪ੍ਰਾਇਣ ਹੋਵੇ, ਮੈਂ ਨੂੰ ਛੱਡੇ, ਫਿਰ ਅੰਦਰ ਤੇ ਨਾਮ ਪ੍ਰਗਟ ਹੋਵੇ। ਜਦੋਂ ਗੁਰਬਾਣੀ ਹਿਰਦੇ 'ਚ ਵੱਜਦੀ, ਇੱਕ ਬਚਨ ਹੈ ਸਾਧ ਸੰਗਤ ਜੀ ਗੁਰਬਾਣੀ 'ਚ, ਅੰਮ੍ਰਿਤ ਬਾਣੀ ਸਦਾ ਸਲਾਹੀ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਇਹਨੂੰ ਵਿਚਾਰ ਕੇ ਦੇਖਿਓ, ਗੁਰਬਾਣੀ ਦਾ ਮਹਾਂਵਾਕ ਹੈ। ਅੰਮ੍ਰਿਤ ਦੇ 3 ਰੂਪ ਲਿਖੇ ਹੋਏ ਇਹਦੇ 'ਚ। ਇਹਨਾਂ ਨੂੰ ਵਿਆਕਰਨ ਦਾ ਭੇਦ ਹੈ ਇਹਨਾਂ ਦੇ ਵਿੱਚ, ਇਸ ਗੱਲ ਨੂੰ ਸਮਝੀਏ। ਪਹਿਲਾ, ਅੰਮ੍ਰਿਤ ਤੱਤੇ ਨੂੰ ਔਂਕੜ ਨਹੀਂ ਹੈ। ਅੰਮ੍ਰਿਤ ਬਾਣੀ ਕਿਉਂਕਿ ਇਸਤਰੀ ਲਿੰਗ ਹੈ, ਇਸ ਕਰਕੇ ਆ ਤੱਤੇ ਨੂੰ ਔਂਕੜ ਨਹੀਂ ਲੱਗਿਆ ਹੋਇਆ।
ਅੰਮ੍ਰਿਤ ਬਾਣੀ ਸਦਾ ਸਲਾਹੀ ਅੰਮ੍ਰਿਤ, ਇੱਥੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ। ਇਹਦਾ ਮਤਲਬ ਹੈ ਅੰਮ੍ਰਿਤ ਦੇ ਰਾਹੀਂ, ਉਸੇ ਬਾਣੀ ਰੂਪੀ ਅੰਮ੍ਰਿਤ ਦੇ ਰਾਹੀਂ ਅੰਮ੍ਰਿਤ ਪਾਵਣਿਆ, ਇੱਥੇ ਤੱਤੇ ਨੂੰ ਔਂਕੜ ਲੱਗੀ ਹੋਈ ਹੈ। ਫਿਰ ਅੰਮ੍ਰਿਤ ਪਾਇਆ ਜਾਂਦਾ। ਅੰਮ੍ਰਿਤ ਬਾਣੀ ਤੋਂ ਜਦ ਆਪਾਂ ਉਹਨੂੰ ਸਦਾ ਸਲਾਹੁੰਦੇ ਹਾਂ, ਇਸ ਜਿਹੜੀ ਅੰਮ੍ਰਿਤ ਰੂਪੀ ਬਾਣੀ ਹੈ, ਇਸ ਅੰਮ੍ਰਿਤ ਤੋਂ ਅਸਲੀ ਅੰਮ੍ਰਿਤ ਅੰਦਰ ਪੈਦਾ ਹੁੰਦਾ, ਯਾਨੀ ਨਾਮ ਪੈਦਾ ਹੁੰਦਾ। ਅੰਮ੍ਰਿਤ ਦੇ ਤੱਤੇ ਨੂੰ ਔਂਕੜ ਹੈ, ਇਹ ਨਾਮ ਵਾਸਤੇ ਆਇਆ ਕਿਉਂਕਿ ਪੁਲਿੰਗ ਹੈ ਨਾਮ। ਇੰਨੇ ਗਹਿਰੇ ਭੇਦ ਗੁਰੂ ਮਹਾਰਾਜ ਪੰਚਮ ਨੇ ਗੁਰਬਾਣੀ 'ਚ ਰੱਖੇ ਹੋਏ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਨਾਨਕ ਜਿਤ ਆਹਰ ਜਗ ਉਦਰੈ, ਬਿਰਲਾ ਬੂਝੈ ਕੋਈ। ਸਭ ਤੋਂ ਪਹਿਲਾਂ ਭਾਈ ਰਣਧੀਰ ਸਿੰਘ ਜੀ ਨੇ ਇਹਦੀ ਖੋਜ ਕਰੀ ਸੀ, ਜਦੋਂ ਉਹ ਜੇਲ੍ਹ ਵਿੱਚ ਬੰਦ ਸਨ। ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਹੋਇਆ ਸੀ। ਉਦੋਂ ਪੜ੍ਹਦਿਆਂ ਪੜ੍ਹਦਿਆਂ ਉਹਨਾਂ ਦੀ ਨਿਗਾਹ ਟਿਕੀ, ਆਹਰ ਸਭ ਕਰਦਾ ਫਿਰੈ, ਸਾਰੇ ਆਹਰ। ਉੱਥੇ ਆੜੇ ਨੂੰ ਕੰਨਾ ਹਾਹਰ ਆ ਰਿਹਾ ਬਿਨਾਂ ਔਂਕੜ ਤੋਂ, ਕਿਉਂਕਿ ਬਹੁਤੇ ਆਹਰ ਹੈ। ਆਹਰ ਇੱਕ ਨਾ ਹੋਏ, ਜਿੱਥੇ ਇੱਕ ਆਹਰ ਦੀ ਗੱਲ ਹੈ ਉੱਥੇ ਫਿਰ ਆਰੇ ਨੂੰ ਔਂਕੜ ਲੱਗੀ ਹੋਈ ਹੈ। ਪੜ੍ਹ ਲਿਓ, ਦੇਖਿਓ ਧਿਆਨ ਨਾਲ। ਇਹ ਹੈ ਵਿਆਕਰਨ ਦੀ ਖੂਬੀ। ਨਾਨਕ ਜਿਤ ਆਹਰ ਜਗ ਉਦਰੈ, ਉੱਥੇ ਹੁਣ ਰਾਰੇ ਨੂੰ ਸਿਹਾਰੀ ਹੈ। ਆਲੇ ਨੂੰ ਕਰਨਾ ਹਾਹਰ, ਆਰੇ ਨੂੰ ਸਿਹਾਰੀ, ਯਾਨੀ ਆਹਰ ਕਰਨ ਦੇ ਨਾਲ। ਇਹ ਭੇਦ ਹੈ ਗੁਰਬਾਣੀ ਦਾ। ਨਾਨਕ ਜਿਤ ਆਹਰ ਕਰਨ ਦੇ ਨਾਲ ਜਗ ਉਦਰੈ, ਬਿਰਲਾ ਬੂਝੈ ਕੋਈ। ਉਹੀ ਨਿਯਮ ਇੱਥੇ ਵੀ ਹੈ। ਅੰਮ੍ਰਿਤ ਬਾਣੀ ਸਦਾ ਸਲਾਹੀ ਅੰਮ੍ਰਿਤ, ਅੰਮ੍ਰਿਤ ਪਾਵਨੇ। ਉਹ ਪਵਿੱਤਰ ਅੰਮ੍ਰਿਤ ਬਾਣੀ ਨੂੰ ਸਦਾ ਹੀ ਸਲਾਹੁਣਾ ਚਾਹੀਦਾ ਹੈ, ਗਾਉਣਾ ਚਾਹੀਦਾ, ਮਨ 'ਚ ਵਸਾਉਣੀ ਚਾਹੀਦੀ ਹੈ। ਇਸ ਬਾਣੀ ਰੂਪੀ ਅੰਮ੍ਰਿਤ ਦੇ ਰਾਹੀਂ ਹੀ ਨਾਮ ਰੂਪੀ ਅੰਮ੍ਰਿਤ ਅੰਦਰ ਪੈਦਾ ਹੁੰਦਾ। ਇਹ ਭਾਵ ਹੈ। ਤੋ ਸਾਧ ਸੰਗਤ ਜੀਓ, ਇਹ ਜਿਹੜਾ ਵਿਆਕਰਨ ਹੈ ਗੁਰੂ ਮਹਾਰਾਜ ਨੇ ਪਾਇਆ, ਬਖਸ਼ਿਆ ਹੋਇਆ ਸਾਨੂੰ, ਇਹ ਹੋਰ ਕਿਸੇ ਵੀ ਗ੍ਰੰਥ ਵਿੱਚ ਨਹੀਂ ਮਿਲਦਾ। ਪੰਜਾਬੀ ਦੇ ਵੀ ਕਿਸੇ ਗ੍ਰੰਥ 'ਚ ਨਹੀਂ ਇੱਕ ਨੂੰ ਮਿਲਦਾ। ਥੋੜ੍ਹਾ ਬਹੁਤ ਹੈ ਭਾਈ ਗੁਰਦਾਸ ਜੀ ਦੇ ਵਿੱਚ, ਲੇਕਿਨ ਗੁਰਬਾਣੀ ਵਿੱਚ ਤਾਂ ਟੋਟਲੀ ਵਿਆਕਰਨ ਦੀ ਵਰਤੋਂ ਕਰੀ ਗਈ ਹੈ, ਤਾਂ ਕਿ ਬੰਦਾ ਉਸੇ ਚੀਜ਼ ਨੂੰ ਪੜ੍ਹ ਕੇ, ਉਸੇ ਤੁਕ ਨੂੰ ਪੜ੍ਹ ਕੇ ਹੋਰ ਪੰਜ ਚਾਰ ਅਰਥ ਨਾ ਕਰ ਲਵੇ। ਪਹਿਲਾਂ ਹੁੰਦੇ ਆਏ ਆ ਇਸ ਤਰ੍ਹਾਂ ਦੇ ਅਰਥ, ਵਿਆਕਰਨ ਦੀ ਅਣਹੋਂਦ ਕਰਕੇ, ਵਿਆਕਰਨ ਦੀ ਸੋਝੀ ਦੀ ਅਣਹੋਂਦ ਕਰਕੇ। ਜਦ ਤੋਂ ਖੋਜ ਹੋਈ, ਗੁਰਸਿੱਖਾਂ ਨੇ ਕਰ ਲਈ। ਬਹੁਤ ਸਾਰੇ ਗੁਰਸਿੱਖ ਹਨ ਜਿਨ੍ਹਾਂ ਨੇ ਵਿਆਕਰਨ ਪਰ ਖੋਜ ਕਰੀ। ਪ੍ਰੋਫੈਸਰ ਸਾਹਿਬ ਸਿੰਘ, ਜੋਗਿੰਦਰ ਸਿੰਘ ਜੀ ਤਲਵਾੜਾ, ਭਾਈ ਰਣਧੀਰ ਸਿੰਘ ਜੀ, ਹੋਰ ਵੀ ਕਈ, ਜਿਵੇਂ ਪ੍ਰਿੰਸੀਪਲ ਤੇਜਾ ਸਿੰਘ, ਹੋਰ ਵੀ ਕਿੰਨੇ ਅਨੇਕਾਂ ਨੇ ਇਸ ਪਾਸੇ ਆਪਣਾ ਟਾਈਮ ਲਾਇਆ। ਤੋ ਉਹ ਇਹ ਜਿਹੜੇ ਵਿਆਕਰਨ ਦੀ ਖੋਜ ਹੈ, ਇਹਦੇ ਨਾਲ ਗੁਰਬਾਣੀ ਦੇ ਬਹੁਤ ਭੇਦ ਖੁੱਲ੍ਹ ਗਏ ਔਰ ਸੌਖਾ ਹੋ ਗਿਆ। ਜਿਹੜੇ 5-5, 10-10 ਅਰਥ ਕਰੇ ਜਾਂਦੇ ਸੀ, ਉਹ ਸਾਰੇ ਹਟ ਗਏ। ਇੱਕ ਤੋਂ ਵੱਧ ਦੂਆ ਅਰਥ ਹੋ ਹੀ ਨਹੀਂ ਸਕਦਾ ਗੁਰਬਾਣੀ ਦਾ। ਕਿਤੇ ਕਦਾਈ ਹੈ ਐਸੀਆਂ ਕੁਛ ਤੁਕਾਂ ਜਿਨ੍ਹਾਂ ਦਾ ਸਾਨੂੰ ਸਮਝ ਨਹੀਂ ਲੱਗਦੀ, ਜਾਂ ਉੱਥੇ ਵਿਆਕਰਨ ਲੱਗਦਾ ਨਹੀਂ, ਉਹ ਐਕਸੈਪਸ਼ਨ ਹੈ, ਗੁਰੂ ਮਹਾਰਾਜ ਦੀ ਕਲਾ ਹੈ। ਪਰ ਮੋਸਟਲੀ ਸਾਰੀ ਗੁਰਬਾਣੀ ਵਿਆਕਰਨ ਵਿੱਚ ਹੈ, ਸਮਝ ਆ ਜਾਂਦੀ ਹੈ। ਇੰਨੀ ਕਿਰਪਾ ਉਹਨਾਂ ਨੇ ਰੱਖੀ ਹੋਈ ਹੈ ਗੁਰਬਾਣੀ 'ਚ ਸਾਨੂੰ ਸਮਝ ਦੇਣ ਖਾਤਰ। ਨਹੀਂ ਤਾਂ ਪਤਾ ਨਹੀਂ ਗੁਰਬਾਣੀ ਦੇ ਕਿੰਨੇ ਅਰਥ ਕਰ ਕਰਕੇ ਅਨਰਥ ਹੋਣਾ ਸੀ, ਪਹਿਲਾਂ ਹੁੰਦਾ ਵੀ ਆਇਆ। ਤੋ ਵਿਆਕਰਨ ਸਾਧ ਸੰਗਤ ਜੀ ਉਹ ਇੱਕ ਤੋਂ ਦੂਜੇ ਅਰਥ ਵੱਲ ਜਾਣੇ ਨਹੀਂ ਦਿੰਦਾ। ਕਿਤੇ ਸਿਹਾਰੀ ਰੋਕ ਦੂਗੀ, ਕਿਤੇ ਔਂਕੜ ਰੋਕ ਦੂਗਾ। ਜੇ ਥੋੜ੍ਹੀ ਜਿਹੀ ਵੀ ਬੰਦੇ ਨੂੰ ਸਮਝ ਹੋਵੇ ਵਿਆਕਰਨ ਦੀ, ਮਹਾਰਾਜ ਬਖਸ਼ੇ, ਤਾਂ ਸਮਝ ਆ ਜਾਂਦੀ ਹੈ ਵੀ ਇਹਦਾ ਆਹ ਭਾਵ ਹੈ। 3-3 ਵਾਰੀ ਕਿਵੇਂ ਲਿਖਿਆ ਹੋਇਆ, ਕਿ ਕਿਆ ਉਹਨਾਂ ਦਾ ਭਾਵ ਹੈ। ਗਲੀ ਜਿਨੀ ਜਪ ਮਾਲੀਆਂ, ਲੋਟੇ ਹੱਥ ਨਿਵੱਗ, ਉੱਥੇ ਗਲੀ, ਗਲਾਂ ਵਿੱਚ ਲਿਖਿਆ ਵਾ ਤਾਂ ਗੱਗਾ ਲੱਲੇ ਨੂੰ ਬਿਹਾਰੀਓ ਹੈ। ਕੱਲ੍ਹ ਵੀ ਵਿਚਾਰ ਕਰੀ ਸੀ। ਗੱਲੀ ਭਿਸਤ ਨਾ ਜਾਈਏ, ਛੁੱਟੈ ਸੱਚ ਕਮਾਏ, ਉੱਥੇ ਗੱਲੀ ਪੜ੍ਹਨਾ ਅਧਕ ਲਗਾ ਕੇ ਗੱਗੇ ਪਰ, ਲੱਲੇ ਨੂੰ ਬਿਹਾਰੀ ਨਾਲ ਬਿੰਦੀ, ਗੱਲੀ। ਤੀਜਾ ਰੂਪ ਹੈ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਲੱਲੇ ਨੂੰ ਭਾਰੀ ਕਰਕੇ ਪੈਰ 'ਚ ਬਿੰਦੀ ਲਾ ਕੇ ਬੋਲਣਾ ਗਲੀ, ਬੀਹੀ ਤੋਂ ਮਤਲਬ ਹੈ ਮੁਹੱਲੇ ਤੋਂ। ਤੋ ਇਹ ਵਿਆਕਰਨ ਦੇ ਭੇਦ ਹੈ। ਔਰ ਬਹੁਤ ਸਾਰੇ ਹੋਰ ਭੇਦ ਹੈ, ਉਹ ਗਾਏ ਬਗਾਏ ਆਪਾਂ ਸਾਂਝੇ ਕਰਦੇ ਹਾਂ ਸੰਗਤ ਦੇ ਨਾਲ। ਇਹ ਵੀ ਇੱਕ ਬਹੁਤ ਬੜਾ ਵਿਸ਼ਾਲ ਫੀਲਡ ਹੈ, ਜਿਹਦੇ ਵਿੱਚ ਅਜੇ ਹੋਰ ਵੀ ਗੁੰਜਾਇਸ਼ ਹੈ ਖੋਜ ਕਰਨ ਦੀ। ਜਿਉਂ ਜਿਉਂ ਮਹਾਰਾਜ ਕਿਰਪਾ ਕਰੂਗਾ, ਗੁਰਸਿੱਖਾਂ ਨੂੰ ਬਖਸ਼ਦਾ ਜਾਊਗਾ। ਤੋ ਸਾਧ ਸੰਗਤ ਜੀ, ਅੱਜ ਦੀ ਵਿਚਾਰ ਤਾਂ ਅਸੀਂ ਇੰਨੀ ਓ। ਆਪਾਂ ਹੁਣ ਥੋੜ੍ਹੀ ਜਿਹੀ ਹੈਗਾ ਸਮਾਂ, ਅਜੇ ਥੋੜ੍ਹੀ ਜਿਹੀ ਵਿਚਾਰ ਕਰੀਏ
ਬੁੱਝਣੇ ਦੀ। ਬੁੱਝਣਾ ਬਹੁਤ ਪਵਿੱਤਰ ਸ਼ਬਦ ਹੈ। ਕਈ ਵਾਰ ਮੋਟੀ ਮੋਟੀ ਵਿਚਾਰ ਹੋਈ, ਅੱਜ ਥੋੜ੍ਹੀ ਜਿਹੀ ਡਿਟੇਲ 'ਚ ਕਰੀਏ। ਬੁੱਝਣਾ ਸਾਧ ਸੰਗਤ ਜੀ ਉਹ ਗੁਰੂ ਭੇਂਟ ਤੋਂ ਬਾਅਦ ਦੀ ਜਿਹੜੀ ਅਵਸਥਾ ਉਹਦੇ ਵਿੱਚ ਹੁੰਦਾ, ਪਹਿਲਾਂ ਨਹੀਂ ਹੁੰਦਾ। ਗੁਰਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ, ਕਥਾ ਕਰਨੀ, ਕੀਰਤਨ ਕਰਨਾ, ਇਹ ਸ਼ਲਾਘਾਯੋਗ ਕਦਮ ਹੈ, ਅੱਛੇ ਕਰਮ ਹੈ। ਪਰ ਬੁੱਝਣਾ ਇਸ ਤਰ੍ਹਾਂ ਨਹੀਂ ਹੁੰਦਾ ਹੈ। ਬੁੱਝਣਾ ਗੁਰੂ ਭੇਂਟ ਤੋਂ ਬਾਅਦ ਵਿੱਚ ਹੋਣਾ। ਜਦੋਂ ਹਉਮੈ ਟੁੱਟਣੀ ਹੈ ਬੰਦੇ ਦੀ, ਉਸ ਤੋਂ ਬਾਅਦ ਵਿੱਚ ਬੁੱਝਣਾ ਆਉਂਦਾ। ਐਂ ਕਹੋ ਬਈ ਮਨ ਦੇ ਵਿੱਚ ਜਿਹੜੀ ਗੁਰੂ ਭੇਂਟ ਹੋਣੀ ਆ, ਉਹ ਇੱਕ ਬਫਰ ਸਟੇਟ ਹੈ। ਬਫਰ ਸਟੇਟ ਹੁੰਦੀ ਹੈ ਦੋ ਵੱਡੀਆਂ ਸਟੇਟਾਂ ਦੇ ਵਿੱਚ ਇੱਕ ਛੋਟੀ ਜਿਹੀ ਸਟੇਟ ਹੋਵੇ, ਉਹ ਉਹਨਾਂ ਦੋਹਾਂ ਨੂੰ ਰੋਕ ਰੱਖਦੀ ਹੈ ਲੜਨ ਤੋਂ ਆਪਸ ਵਿੱਚ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਦੀ ਭੇਂਟ ਹੈ ਜਿਹੜੀ, ਇਹ ਦੋਹਾਂ ਪਾਸੇ ਜੁੜੀ ਹੋਈ ਹੈ। ਮਨ ਦੀ ਪਹਿਲੀ ਹਾਲਤ ਜਿਹੜੀ ਤ੍ਰੈਗੁਣਾ 'ਚ ਹੈ ਉਹਦੇ ਨਾਲ ਵੀ, ਅਤੇ ਜਦੋਂ ਫਿਰ ਚੌਥਾ ਪਦ ਬਣਦਾ ਉਹਦੇ ਨਾਲ ਵੀ। ਵਿਚਾਲੇ ਗੁਰੂ ਭੇਂਟ ਖੜ੍ਹੀ ਹੈ। ਉਹ ਗੁਰੂ ਭੇਂਟ ਤੋਂ ਉਰੇ ਉਰੇ ਜੋ ਕੁਛ ਵੀ ਬੰਦਾ ਕਰਦਾ ਉਹ ਤ੍ਰੈਗੁਣਾ ਵਿੱਚ ਹੈ। ਕੋਸ਼ਿਸ਼ ਹੁੰਦੀ ਹੈ ਵੀ ਸਾਨੂੰ ਵੀ ਚੌਥਾ ਪਦ ਮਿਲੇ, ਉਹ ਪ੍ਰਯੋਜਨ ਇਹ ਹੁੰਦਾ। ਹੁਣ ਮਿਲਦਾ ਕਿ ਨਹੀਂ ਮਿਲਦਾ ਇਹ ਅਲੱਗ ਗੱਲ ਹੈ ਵੀ ਗੁਰੂ ਦੀ ਬਖਸ਼ਿਸ਼ ਕਿੰਨੀ ਹੈ। ਜਿਹਨੂੰ ਗੁਰੂ ਭੇਂਟ ਹੋ ਗਈ, ਗੁਰੂ ਨੇ ਉਹਦੀ ਮੈਂ ਤੋੜ ਦਿੱਤੀ, ਆਪਣੇ ਨਾਲ ਮਿਲਾ ਲਿਆ, ਉਹਨੂੰ ਬੁੱਝਣਾ ਆਉਂਦਾ। ਦੂਜਾ ਬੰਦਾ ਬੁੱਝ ਨਹੀਂ ਸਕਦਾ ਗੁਰਬਾਣੀ। ਅੱਖਰੀ ਅਰਥ ਕਰ ਲਏਗਾ, ਵਿਦਵਾਨ ਵੀ ਬਹੁਤ ਬੜਾ ਬਣ ਸਕਦਾ, ਪਰ ਬੁੱਝਣਾ ਸ਼ਬਦ ਤਾਂ ਸੰਤਾਂ ਦੇ ਹਿੱਸੇ 'ਚ ਆਉਂਦਾ। ਇੱਕ ਅਨਪੜ੍ਹ ਸੰਤ ਵੀ ਗੁਰਬਾਣੀ ਨੂੰ ਬੁੱਝ ਸਕਦਾ, ਪਰਮ ਗਤੀ ਪਾ ਸਕਦਾ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੇ। ਸੰਤ ਨੂੰ ਵਿਆਕਰਨ ਦੀ ਲੋੜ ਨਹੀਂ ਪੈਂਦੀ ਹੈ, ਉਹ ਬਖਸ਼ਿਸ਼ ਨਾਲ ਹੀ ਨਾਮ ਜਪ ਕੇ ਹੀ ਪਰਮਗਤੀ ਨੂੰ ਪ੍ਰਾਪਤ ਹੋ ਜਾਂਦਾ। ਹੁਣ ਇਹਦਾ ਮਤਲਬ ਇਹ ਵੀ ਨਹੀਂ ਵੀ ਵਿਆਕਰਨ ਛੱਡ ਦਈਏ, ਕਿਉਂਕਿ ਗੁਰੂ ਸਾਹਿਬ ਨੇ ਪਾਇਆ, ਸਾਡੇ ਖਾਤਰ ਪਾਇਆ, ਅਤੇ ਛੱਡਣਾ ਵੀ ਹੈ ਨਹੀਂ, ਪੜ੍ਹਿਆ ਲਿਖਿਆ ਵਾਸਤੇ ਜ਼ਰੂਰੀ ਹੈ। ਉਹ ਇੱਕ ਐਕਸੈਪਸ਼ਨਲ ਗੱਲ ਹੈ ਵੀ ਅਨਪੜ੍ਹ ਬੰਦਾ ਵੀ ਰੱਬ ਨੂੰ ਪਾ ਸਕਦਾ, ਉਹ ਗੱਲ ਰੱਖੀ ਹੈ ਗੁਰੂ ਸਾਹਿਬ ਨੇ ਵਿੱਚ। ਪਰ ਵਿਆਕਰਨ ਨੂੰ ਛੱਡਣਾ ਨਹੀਂ ਹੈ। ਵਿਆਕਰਨ ਤੋਂ ਅਸੀਂ ਬਹੁਤ ਸਾਰਾ ਆਸਰਾ ਲੈ ਕੇ ਵਿਆਕਰਨ ਦਾ, ਗੁਰਬਾਣੀ ਦੇ ਭੇਤ ਖੋਲ੍ਹ ਕੇ ਆਪਣੇ ਮਨ ਨੂੰ ਸਹੀ ਕਰ ਸਕਦੇ। ਤੋ ਸਾਧ ਸੰਗਤ ਜੀ ਉਹ ਸਤੋਗੁਣੀ ਕਰਮ ਹੈ ਜਿਹੜੇ ਪੜ੍ਹਨਾ, ਸੁਣਨਾ, ਵਿਚਾਰਨਾ, ਬੁੱਝਣਾ, ਇਹਨਾਂ ਤੋਂ ਬਾਅਦ ਵਿੱਚ ਆਉਂਦਾ। ਕਿਸੇ ਚੀਜ਼ ਨੂੰ ਜਾਣ ਲੈਣਾ, ਨੌਲੇਜ ਹੋ ਜਾਣੀ, ਇਹ ਸੰਸਾਰੀ ਕਰਮ ਹੈ। ਜਿਹੜੇ ਵੀ ਅਸੀਂ ਲੋਕ ਵਿਚਾਰ ਕਰਨ ਵਾਲੇ ਵਿਦਵਾਨ ਕਹਿ ਲਓ, ਅਸੀਂ ਬਿਟਵੀਨ ਦਾ ਲਾਈਨਸ ਪੜ੍ਹਦੇ ਹਾਂ। ਜਿਹੜੇ ਸੰਤ ਲੋਕ ਹੈ ਉਹ ਬਿਹਾਈਂਡ ਦਾ ਲਾਈਨ ਪੜ੍ਹਦੇ। ਜੋ ਕੁਛ ਲਿਖਿਆ ਹੋਇਆ ਉਹਦੇ ਪਿੱਛੇ ਕੁਛ ਹੋਰ ਗੱਲ ਹੁੰਦੀ ਹੈ, ਉਹਨੂੰ ਬੁੱਝਦੇ ਹਾਂ। ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਕਰੀ ਜਾਓ ਅੱਖਰੀ ਅਰਥ, ਨਹੀਂ ਸਮਝ ਆਏਗੀ ਕੁਛ ਵੀ। ਇਹਦੇ ਪਿੱਛੇ ਜਾਣਾ ਪਊਗਾ, ਬਿਹਾਈਂਡ ਦਾ ਲਾਈਨ ਇਹਨੂੰ ਪੜ੍ਹਨਾ ਪਊਗਾ, ਤਾਂ ਸਮਝ ਆਊਗੀ ਵੀ ਇਹਦਾ ਮਤਲਬ ਕਿਆ ਹੈ। ਵੇਦ ਪਾਠ ਸੰਸਾਰ ਕੀ ਕਾਰ, ਪੜ੍ਹ ਪੜ੍ਹ ਪੰਡਿਤ ਕਰੈਂ ਵਿਚਾਰ। ਬਿਨ ਬੂਝੇ ਸਭ ਹੋਏ ਖੁਆਰ। ਪੰਡਿਤ ਵੇਦ ਪਾਠ ਕਰਦੇ ਹੈ, ਸੰਸਾਰ ਦੀ ਇਹ ਰੀਤ ਹੈ ਪਾਠ ਕਰਨਾ, ਔਰ ਵਿਚਾਰਾਂ ਵੀ ਕਰਦੇ हैं। पंडित पढ़ पढ़ पंडित करें विचार, पर फरमान क्या है, बिन बूझे सब होए खुआर। बिना बुझण तो सब खुआर ਹੁੰਦੇ, ਖੁਆਰੀ ਆਉਂਦੀ ਪੱਲੇ। ਪੜੂਗਾ ਇੱਕ ਓਂਕਾਰ, ਜਾਊਗਾ ਸਮਾਧਾਂ ਪਰ ਮੱਥਾ ਟੇਕਣ। ਪੜੂਗਾ ਇੱਕ ਓਂਕਾਰ, ਜਾਊਗਾ ਜੋਤਸ਼ੀਆਂ ਕੋਲ ਨਗ ਪਾਉਣ। ਪੜੂਗਾ ਇੱਕ ਓਂਕਾਰ, ਜਾਊਗਾ ਭੈਰੋਂ ਦੇ ਮੰਦਰ, ਜਿਨ੍ਹਾਂ ਨੂੰ ਕੋਈ ਮਾਨਤਾ ਨਹੀਂ ਦਿੰਦੀ ਗੁਰਬਾਣੀ। ਤੋ ਸਾਧ ਸੰਗਤ ਜੀ ਇਹ ਸਾਰਾ ਕੁਛ ਬਿਹਾਈਂਡ ਦਾ ਲਾਈਨ ਬੁੱਝਣਾ ਹੁੰਦਾ। ਇਹ ਬੁੱਝਣਾ ਆਊਗਾ ਜੇ ਗੁਰੂ ਭੇਂਟ ਹੋ ਜੂਗੀ ਤਾਂ। ਚੌਥੇ ਪਦ ਦੀ ਨਿਸ਼ਾਨੀ ਹੈ ਬੁੱਝਣਾ, ਉਸ ਤੇ ਉਰੇ ਨਹੀਂ। ਇੱਕ ਕਿਸੇ ਅਦੀਬ ਨੇ ਉਰਦੂ ਦਾ ਸ਼ੇਰ ਲਿਖਿਆ ਹੈ, ਅਲਫਾਜ਼ੋ ਮਾਇਨੇ ਮੇਂ ਤੋ ਤਫਾਵਤ ਨਹੀਂ, ਲੇਕਿਨ ਮੁੱਲਾਂ ਕੀ ਅਜਾਨ ਔਰ ਹੈ, ਮੁਜਾਹਿਦ ਕੀ ਅਜਾਨ ਔਰ। ਦੇਖੋ ਅਲਫਾਜ਼ਾਂ ਵਿੱਚ, ਲਫ਼ਜ਼ਾਂ ਵਿੱਚ, ਮਾਇਨਿਆਂ ਵਿੱਚ ਤਾਂ ਕੋਈ ਫਰਕ ਨਹੀਂ ਹੈ। ਕੁਰਾਨ ਸਭ ਪੜ੍ਹਦੇ ਹੈ, ਮੁੱਲਾਂ ਵੀ ਪੜ੍ਹਦਾ ਰੋਜ਼। ਮੁਜਾਹਦ ਜਿਹੜਾ ਜੱਦੋ ਜਹਿਦ ਕਰਦਾ, ਇਸਲਾਮ ਖਾਤਰ ਜਹਾਦ ਕਰਦਾ, ਉਹ ਵੀ ਪੜ੍ਹਦਾ। ਜਪਜੀ ਸਾਹਿਬ ਜਾਂ ਨਿਤਨੇਮ ਆਪਾਂ ਵੀ ਪੜ੍ਹਦੇ ਹਾਂ। ਨਿਤਨੇਮ ਰਾਜੋਆਣੀ ਨੇ ਵੀ ਕਰਦਾ। ਉਹ ਕਹਿੰਦਾ ਵੀ ਮੈਂ ਮਾਰਿਆ, ਮੈਂ ਸੱਚ ਬੋਲਦਾ, ਲਾਓ ਮੈਨੂੰ ਫਾਂਸੀ। ਹੋਰ ਬੰਦਾ ਨਹੀਂ ਕਹਿ ਸਕਦਾ ਇਸ ਤਰ੍ਹਾਂ। ਤੋ ਪੜ੍ਹਨਾ ਲਿਖਣਾ ਸਭ ਕਰਦੇ ਹੈ, ਪਰ ਬੁੱਝਣਾ ਕਿਸੇ ਵਿਰਲੇ ਦੇ ਹਿੱਸੇ 'ਚ ਆਉਂਦਾ। ਅੱਗੇ ਵਿਚਾਰ ਹੈ, ਪਰਵਾਜ਼ ਹੈ ਦੋਨੋਂ ਕੀ ਏਕ ਹੀ ਫਜ਼ਾ ਮੇਂ,
किर्गिस का जहाँ और है, शाही का जहाँ और। किर्गिस ਗਿਰਜਾ ਨੂੰ ਕਹਿੰਦੇ ਇੱਲਾਂ ਨੂੰ, ਤੇ ਸ਼ਾਹੀ ਕਹਿੰਦੇ ਆ ਜਿਹੜੇ ਬਾਜ ਵਗੈਰਾ ਬਹਿਰੀ ਵਗੈਰਾ ਪੰਛੀ ਹੁੰਦੇ ਆ। ਦੋਹੇ ਇੱਕੋ ਅਸਮਾਨ 'ਚ ਉੜਦੇ ਆ, ਗਿਰਜ ਵੀ ਬਾਜ ਵਗੈਰਾ ਬਹਿਰੀਆਂ ਵਗੈਰਾ ਵੀ। ਇੱਲਾਂ ਦਾ ਜਹਾਨ ਹੋਰ ਹੈ, ਉਹਨਾਂ ਦੀ ਨਿਗਾਹ ਹਮੇਸ਼ਾ ਧਰਤੀ ਪਰ ਮਰੇ ਹੋਏ ਡੰਗਰਾਂ 'ਚ ਰਹਿੰਦੀ ਹੈ। ਬਾਜ ਦੀ ਨਿਗਾਹ ਉੱਪਰ ਹੁੰਦੀ, ਉਹ ਮਾਰ ਕੇ ਸ਼ਿਕਾਰ ਕਰਦਾ ਹੈ ਪੰਛੀਆਂ ਦਾ। ਤੋ ਪੜ੍ਹਦੇ ਤਾਂ ਸਾਰੇ ਲੋਕ ਗੁਰਬਾਣੀ ਹੈ, ਸਿੱਖ ਲੋਕ। ਪੜ੍ਹਨੇ ਵਾਲਿਆਂ ਦੀ ਸਮਝ ਹੋਰ ਹੈ, ਅਤੇ ਜਿਹੜੇ ਬੁੱਝਦੇ ਆ ਉਹਨਾਂ ਦੀ ਸਮਝ ਹੋਰ ਹੁੰਦੀ ਹੈ। ਹਾਲਾਂਕਿ ਦੋਹੇ ਗੁਰਬਾਣੀ ਪੜ੍ਹਦੇ ਆ ਮੁਰਾਦ ਹੈ ਕਹਿਣ ਤੋਂ। ਪੜ੍ਹਨਾ ਹਾਲਾਂਕਿ ਬਹੁਤ ਨੇਕ ਕਰਮ ਹੈ, ਪਹਿਲਾ ਕਰਮ ਹੈ, ਮੁੱਢਲਾ ਕਰਮ ਹੈ, ਉਸੇ ਤੋਂ ਅੱਗੇ ਚੱਲਣਾ ਫਿਰ ਅੱਗੇ। ਪਰ ਫਰਕ ਤਾਂ ਦੋਹਾਂ ਵਿੱਚ ਹੈ ਹੀ ਹੈ। ਜੇ ਗੁਰੂ ਮਹਾਰਾਜ ਬਖਸ਼ੇ, ਬਾਣੀ ਦੀ ਸਾਡੇ ਉੱਤੇ ਬਖਸ਼ਿਸ਼ ਹੋ ਜਾਏ, ਉਹਨੂੰ ਉਡੀਕੀਏ, ਫਿਰ ਬੁੱਝਣਾ ਆ ਸਕਦਾ, ਅਦਰਵਾਈਜ਼ ਬੁੱਝਣਾ ਨਹੀਂ ਆਉਂਦਾ। ਮਨਸੂਰ ਰੱਬ ਦਾ ਬੰਦਾ ਅਨਲ ਹੱਕ ਕਹਿੰਦਾ ਹੁੰਦਾ ਸੀ, ਬੁੱਝ ਲਿਆ ਸੀ ਉਹਨੇ ਪਰਮਾਤਮਾ ਨੂੰ ਬਈ ਮੈਂ ਹੀ ਰੱਬ ਹਾਂ। ਹਉਮੈ 'ਚ ਕੋਈ ਕਹੇ ਮੈਂ ਹੀ ਰੱਬ ਹਾਂ, ਉਹਦਾ ਤਾਂ ਵੱਧ ਕਰਨਾ ਫਿਰ ਬਣਦਾ, ਉਹਨੂੰ ਤਾਂ ਫਿਰ ਹਟਾਉਣਾ ਪੈਂਦਾ, ਸੰਸਾਰ ਹਟਾ ਦਿੰਦਾ। ਪਰਮਾਤਮਾ ਹੀ ਆਪੇ ਹਟਾ ਦਿੰਦਾ। ਨਮਰੂਦ ਫਿਰੌਨ ਵਰਗਿਆਂ ਨੂੰ ਹਟਾਇਆ। ਲੇਕਿਨ ਜਿਹੜਾ ਬੰਦਾ ਜਾਣ ਕੇ ਇਸ ਗੱਲ ਨੂੰ ਵੀ ਦਾਊ ਆਰਟ ਗੋਡ, ਤੁਸੀਂ ਰੱਬ ਹੋ। ਸਵਾਮੀ ਵਿਵੇਕਾਨੰਦ ਜੀ ਨੂੰ ਕਿਸੇ ਨੇ ਸਵਾਲ ਕਰਿਆ ਸੀ ਵੀ ਰੱਬ ਕਿਵੇਂ ਪਾਇਆ ਜਾ ਸਕਦਾ, ਰੱਬ ਕਿੱਥੇ ਹੈ, ਕਿਵੇਂ, ਇਸ ਤਰ੍ਹਾਂ ਦੇ ਸਵਾਲ ਕਰੇ। ਸਵਾਮੀ ਜੀ ਕਹਿੰਦੇ ਵੀ ਰੱਬ ਤਾਂ ਤੁਸੀਂ ਹੈ, ਪਰ ਤੁਹਾਨੂੰ ਪ੍ਰਤੀਤ ਨਹੀਂ ਹੈ ਇਸ ਗੱਲ ਦੀ। ਜਿਹੜੇ ਧਾਰਮਿਕ ਗ੍ਰੰਥ ਹੈ, ਗੁਰਬਾਣੀ ਹੈ, ਇਹ ਤੁਹਾਨੂੰ ਪ੍ਰਤੀਤ ਕਰਾ ਦੇਣਗੇ ਵੀ ਤੁਸੀਂ ਰੱਬ ਹੈ। ਬਸ ਆਹੀ ਭੇਦ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੋ ਮਨਸੂਰ ਨੂੰ ਸਮਝ ਆ ਗਈ ਸੀ ਇਸ ਗੱਲ ਦੀ। ਜਦੋਂ ਬੰਦਾ ਉਸ ਅਵਸਥਾ ਵਿੱਚ ਚਲੇ ਜਾਂਦਾ, ਉਹਦੀ ਮਨੋਦਸ਼ਾ ਐਸੀ ਹੋ ਜਾਂਦੀ ਹੈ, ਉਹਨੂੰ ਡਰ ਤਾਂ ਲੱਗਦਾ ਹੀ ਨਹੀਂ, ਫਿਰ ਉਹ ਨਿਡਰ ਹੋ ਜਾਂਦਾ, ਬੇਭੈ ਹੋ ਜਾਂਦਾ, ਬੁੱਝਣ ਲੱਗ ਪੈਂਦਾ। ਬੁੱਝਣੇ ਵਿੱਚ ਇਹੀ ਹੈ ਵੀ ਬੰਦਾ ਹਮਾ ਓਸਤ, ਹਮਾ ਓਸਤ, ਹਮਾ ਓਸਤ, ਮੈਂ ਹੀ ਰੱਬ ਹਾਂ, ਤੂੰ ਹੀ ਰੱਬ ਹੈ, ਸਭ ਤੂੰ ਹੀ ਹੈ। ਸਮਝ ਆ ਜਾਂਦੀ ਹੈ ਇਸ ਗੱਲ ਦੀ। ਤੋ ਹਰ ਗੱਲ 'ਚ ਭੇਦ ਹੁੰਦਾ ਹੈ। ਕੋਈ ਤ੍ਰੈ ਗੁਣਾ ਵਿੱਚ ਹਉਮੈ ਕਰਕੇ ਕਹੇ ਮੈਂ ਰੱਬ ਹੈ, ਬਹੁਤ ਬੁਰੀ ਗੱਲ ਹੈ, ਰੱਬ ਦਾ ਸ਼ਰੀਕ ਬਣਨੇ ਵਾਲੀ ਗੱਲ ਹੈ, ਬੇਮੁਖ ਹੋਣ ਵਾਲੀ ਗੱਲ ਹੈ। ਕੋਈ ਬੰਦਾ ਜਾਣ ਕੇ ਇਹ ਗੱਲ ਕਰੇ ਵੀ ਤੂੰ ਮੇਰੇ ਅੰਦਰ ਬੈਠਾ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜਿਵੇਂ ਸੋਨੇ ਦਾ ਕੜਾ, ਪਾਣੀ ਔਰ ਤਰੰਗ ਔਰ ਦਰਿਆ ਸਮੁੰਦਰ ਇੱਕੋ ਹੁੰਦੇ। ਤੋ ਇਸ ਤਰ੍ਹਾਂ ਹੀ ਤੋਹੀ ਮੋਹੀ ਮੋਹੀ ਤੋਹੀ ਕੈਸਾ ਅੰਤਰ, ਦੱਸੋ ਇਹ ਪਰਮਾਤਮਾ ਜੀਓ। ਜੋ ਪੇ ਹਮ ਨਾ ਪਾਪ ਕਰੰਤਾ, ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਦੇਖੋ ਪ੍ਰੇਮ ਦੀ ਸਿਖਰ ਫਿਰ। ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਕੱਲ੍ਹ ਵੀ ਵਿਚਾਰ ਕਰੀ ਸੀਗੀ। ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਉਹ ਅਵਸਥਾ ਦੀ ਬਾਤ ਹੈ। ਉਹ ਮਨਸੂਰ ਨੇ ਵੀ ਤਾਂ ਉਹੀ ਕੁਰਾਨ ਪੜ੍ਹਿਆ ਵਾ ਸੀਗਾ, ਪਵਿੱਤਰ ਕੁਰਾਨ। ਹੋਰ ਲੋਕ ਵੀ ਪੜ੍ਹਦੇ ਹੈ। ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ। ਬਿਨਾਂ ਬੁੱਝਣੇ ਤੋਂ ਜਿਹੜਾ ਵੀ ਕਰਮ ਅਸੀਂ ਕਰਦੇ ਹਾਂ, ਚਾਹੇ ਰੱਬ ਦੇ ਨਾਂ ਹੀ ਜਪਦੇ ਹਾਂ, ਜੇ ਨਹੀਂ ਬੁੱਝਦੇ ਉਸ ਗੱਲ ਨੂੰ, ਜਨਮ ਪਦਾਰਥ ਖੋਏ। ਦੇਖੋ ਕਿੱਡੀ ਬੜੀ ਬਾਤ ਹੈ। ਬੁੱਝਣਾ ਜ਼ਰੂਰੀ ਹੈ। ਏਕ ਵਸਤ ਬੂਝੈ ਤਾਂ ਹੋਮੈ ਪਾਕ, ਬਿਨ ਬੁੱਝੇ ਤੂੰ ਸਦਾ ਨਾ ਪਾਕ। ਜੇ ਤਾਂ ਉਹ ਵਸਤ ਬੁੱਝ ਲਈ ਨਾਮ ਵਾਲੀ ਤਾਂ ਪਵਿੱਤਰ ਹੈ, ਅਦਰਵਾਈਜ਼ ਯੂ ਆਰ ਡਰਟੀ ਐਂਡ ਸੋਇਲ। ਸਦਾ ਵਾਸਤੇ ਤੂੰ ਗੰਦਾ ਹੈ, ਬੰਦੇ ਅਪਵਿੱਤਰ ਹੈ, ਜੇ ਤੂੰ ਨਹੀਂ ਬੁੱਝਦਾ ਇਸ ਗੱਲ ਨੂੰ। ਪੜ੍ਹਦਾ ਸੁਣਦਾ ਤੂੰ ਰੋਜ਼ ਹੈ, ਪਰ ਬੁੱਝ। ਸ਼ਬਦਾਂ ਮਾਹੇ ਵਖਾਣੀ ਹੈ, ਵਿਰਲਾ ਤਾਂ ਬੁੱਝੇ ਕੋਈ। ਵਖਾਣਿਆ ਤਾਂ ਸ਼ਬਦਾਂ ਵਿੱਚ ਜਾਂਦਾ ਪਰਮਾਤਮਾ ਨੂੰ। ਬਾਣੀ ਵੀ ਸਾਰੀ ਵਾਹਿਗੁਰੂ ਇਹੀ ਚੀਜ਼ ਹੈ, ਸਾਨੂੰ ਸਮਝਾਉਂਦੀ ਹੈ ਪਰਮਾਤਮਾ ਦੀਆਂ ਬਾਤਾਂ, ਪਰ ਵਿਰਲਾ ਬੁੱਝੇ ਕੋਈ। ਗਾਥਾ ਗੂੜ ਅਪਾਰੰਗ, ਸਮਝਣਾ ਵਿਰਲਾ ਜਨੈ। ਹੁਣ ਫਰਕ ਕਿੱਥੇ ਹੈ ਦੇਖੋ। ਅਸੀਂ ਸੰਸਾਰੀ ਲੋਕ ਹਾਂ, ਅਸੀਂ ਵੀ ਪੜ੍ਹਦੇ ਹਾਂ, ਸੰਤ ਵੀ ਬਾਣੀ ਪੜ੍ਹਦੇ ਹਾਂ, ਅਸੀਂ ਵੀ ਗਾਉਂਦੇ, ਸੰਤ ਵੀ ਗਾਉਂਦੇ। ਦੇਖਣ ਨੂੰ ਤਾਂ ਇੱਕ ਜਿਹੇ ਲੱਗਦੇ। ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਅਸੀਂ ਮਨਮੁੱਖਾਂ ਨੂੰ, ਸਾਨੂੰ ਬੂਝ ਹੁੰਦੀ ਕੋਈ ਨਹੀਂ, ਅਸੀਂ ਵੀ ਉੱਕਣੇ ਕਰਦੇ ਹਾਂ ਵੀ ਸੰਤ ਵੀ ਇੱਕ ਬਾਣੀ ਪੜ੍ਹਦੇ ਅਤੇ ਅਸੀਂ ਵੀ ਪੜ੍ਹੀਏ, ਸੰਤ ਵੀ ਸੇਵਾ ਕਰਦੇ ਸੀ ਅਸੀਂ ਵੀ ਕਰੀਏ।
ਰੀਸ ਕਰਦੇ ਹਾਂ ਅਸੀਂ ਉਹਨਾਂ ਦੀ। ਅੰਦਰਲੀ ਗੱਲ ਤਾਂ ਸਾਨੂੰ ਪਤਾ ਨਹੀਂ, ਬੁੱਝਣਾ ਆਉਂਦਾ ਕੋਈ ਨਹੀਂ। ਤੋ ਮਨਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਧੋਏ। ਹਰੀ ਹਰੀ ਵਾਹਿਗੁਰੂ ਵਾਹਿਗੁਰੂ ਮਨਮੁਖ ਵੀ ਬਹੁਤ ਕਰਦੇ ਆ। ਦਾਸਰੇ ਨੂੰ ਇੱਕ ਵਾਰ ਸੰਗਤ ਵਿੱਚ ਸਵਾਲ ਵੀ ਪੁੱਛਿਆ ਸੀ ਕਿਸੇ ਬੰਦੇ ਨੇ, ਵੀ ਜਿਹੜਾ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦਾ ਉਹ ਮਨਮੁਖ ਕਿਵੇਂ ਹੋ ਸਕਦਾ। ਤਾਂ ਉਹਨੂੰ ਜਵਾਬ ਇਹ ਦਿੱਤਾ ਸੀ ਵੀ ਭਾਈ ਸਾਹਿਬ ਜੀ, ਉਹ ਬਾਤ ਇਹ ਹੈ ਵੀ ਮੈਂ ਥੋੜ੍ਹੀ ਕੁਛ ਕੋਲੋਂ ਕਹਿ ਰਿਹਾ, ਗੁਰਬਾਣੀ ਕਹਿ ਰਹੀ ਹੈ ਵੀ ਹਰੀ ਹਰੀ ਤਾਂ ਮਨਮੁਖ ਵੀ ਬਹੁਤ ਕਰਦਾ, ਦੇਖਾ ਦੇਖੀ ਬਹੁਤ ਕੁਛ ਕਰਦਾ। ਬਿਰਲਾ ਬੁੱਝੇ ਕੋਏ। ਮਨਮੁਖ ਨੂੰ ਬੂਝ ਨਹੀਂ ਹੁੰਦੀ, ਸੰਤ ਨੂੰ ਬੂਝ ਹੋ ਜਾਂਦੀ, ਪੜ੍ਹਦੇ ਦੋਹੇ ਹੈ। ਇਹ ਹੈ ਬੁੱਝਣਾ। ਬਹੁਤ ਪਵਿੱਤਰ ਸ਼ਬਦ ਹੈ ਗੁਰਬਾਣੀ ਦਾ ਬੁੱਝਣਾ। ਔਰ ਇਹਦਾ ਕੋਈ ਕੋਰਸਪੋਂਡਿੰਗ ਸ਼ਬਦ ਇੰਗਲਿਸ਼ ਵਿੱਚ ਸਾਧ ਸੰਗਤ ਜੀ ਉਹ ਮਿਲਦਾ ਨਹੀਂ ਹੈ, ਮਿਲਿਆ ਨਹੀਂ ਦਾਸਰੇ ਨੂੰ ਹੁਣ ਤੇ। ਅੰਡਰਸਟੈਂਡਿੰਗ ਨਾਲ ਹੀ ਕੰਮ ਚਲਾਉਂਦੇ। ਅੰਡਰਸਟੈਂਡਿੰਗ ਤਾਂ ਤ੍ਰੈ ਗੁਣਾ 'ਚ ਹੁੰਦੀ ਹੈ। ਬੁੱਝਣਾ ਸ਼ਬਦ ਬਹੁਤ ਇੱਕ ਐਸਾ ਸ਼ਬਦ ਹੈ ਜਿਹਦਾ ਇੰਗਲਿਸ਼ ਵਿੱਚ ਦਾਸਰੇ ਨੂੰ ਕੋਈ ਕੋਰਸਪੋਂਡਿੰਗ ਸ਼ਬਦ ਮਿਲਿਆ ਨਹੀਂ ਹੁਣ ਤੇ। ਕੰਮ ਚਲਾਈਦਾ ਕਿਸੇ ਤਰ੍ਹਾਂ ਕੰਪਰੀਹੈਂਸ਼ਨ ਵਗੈਰਾ ਕਹਿ ਕੇ, ਪਰ ਮਿਲਦਾ ਨਹੀਂ ਹੈ। ਇਹਦਾ ਇਨਸਾਫ ਨਹੀਂ ਹੁੰਦਾ ਇਸ ਸ਼ਬਦ ਦੇ ਨਾਲ। ਬੁੱਝਣਾ ਬਹੁਤ ਪਵਿੱਤਰ ਔਰ ਉੱਚੀ ਅਵਸਥਾ ਦਾ ਲਖਾਇਕ ਹੈ। ਇਹ ਕਾਹਤੇ ਨਹੀਂ ਹੁੰਦਾ ਸਾਰਾ ਕੁਝ? ਹਉਮੈ ਕਰਕੇ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਏ। ਇਸੇ ਕਰਕੇ ਸਾਨੂੰ ਬੁੱਝਣਾ ਨਹੀਂ ਆਉਂਦਾ। ਹਉਮੈ ਦਾ ਗੁਬਾਰ ਹੈ ਅੰਦਰ। ਜੇ ਗੁਰੂ ਹੋਂਸ ਤੋੜੂਗਾ ਤਾਂ ਸਮਝ ਆਊਗੀ, ਸਮਝ ਤਾਂ ਆ ਜਾਊਗੀ, ਪਰ ਬੁੱਝਣਾ ਨਹੀਂ ਆ ਸਕਣਾ ਬਿਨਾਂ ਕਿਰਪਾ ਤੋਂ। ਦੇਖੋ ਸੰਸਾਰੀ ਲੋਕ ਆਪਾਂ ਕਿਆ ਕਰਦੇ ਹਾਂ? ਕਰਮ ਧਰਮ ਕਰਦੇ ਹਾਂ। ਪਵਿੱਤਰ ਫੁਰਮਾਨ ਹੈ, ਸੰਧਿਆ ਤਰਪਣ ਕਰੈ ਗਾਇਤਰੀ, ਬਿਨ ਬੂਝੇ ਦੁੱਖ ਪਾਇਆ। ਇੱਕ ਭਰਾ ਸਾਡਾ ਸੰਧਿਆ ਵੀ ਕਰਦਾ, ਰਹਿਰਾਸ ਜਿਹਨੂੰ ਆਪਾਂ ਕਹਿੰਦੇ ਹਾਂ। ਤਰਪਣ ਪਾਣੀ ਵਾਰਨਾ ਸਿਰ ਦੇ ਉੱਤੋਂ ਦੀ ਦੇਵਤਿਆਂ ਨੂੰ ਦੇਣਾ, ਗਾਇਤਰੀ ਪੜ੍ਹਨਾ, ਬਿਨ ਬੂਝੇ ਦੁੱਖ ਪਾਇਆ। ਪੜ੍ਹਦੇ ਬਹੁਤ ਹੈ ਪਰ ਬਿਨਾਂ ਬੁੱਝੇ ਤੋਂ ਦੁੱਖ ਹੈ, ਨਹੀਂ ਕੁਛ ਵੀ ਪ੍ਰਾਪਤੀ ਹੁੰਦੀ। ਤੋ ਬੁੱਝਣਾ ਬਹੁਤ ਜ਼ਰੂਰੀ ਬਾਤ ਹੈ। ਜਿਵੇਂ ਅਖਰੋਟ ਬਦਾਮ ਬਾਹਰੋਂ ਢਕੇ ਹੋਏ ਹੈ, ਅੰਦਰ ਗਿਰੀਏ, ਐਸੇ ਤਰੀਕੇ ਨਾਲ ਜਿਹੜੇ ਧਾਰਮਿਕ ਸ਼ਾਸਤਰ ਹੈ ਉਹਨਾਂ ਦੇ ਵਿੱਚ ਹੈ, ਅੰਦਰ ਬਾਤ ਹੋਰ ਕਹੀ ਵੀ ਹੁੰਦੀ ਹੈ, ਬਾਹਰੋਂ ਗੱਲ ਪ੍ਰਤੀਤ ਹੋਰ ਨਜ਼ਰ ਆਉਂਦੀ ਹੈ। ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਜੇ ਸਤਿਗੁਰੂ ਨਾਲ ਭੇਟਾ ਹੋ ਗਈ, ਮਰ ਗਿਆ ਬੰਦਾ, ਮਨ ਮਰ ਗਿਆ ਉਹਦਾ, ਮੈਂ ਟੁੱਟ ਗਈ ਮਤਲਬ ਇਹ ਹੈ, ਫਿਰ ਇਹ ਬੂਝ ਪੈਣੀ, ਅਦਰਵਾਈਜ਼ ਨਹੀਂ ਪੈਂਦੀ ਕਿਸੇ ਨੂੰ। ਮਹਾਤਮਾ ਗਾਂਧੀ ਸਤੋਗੁਣੀ ਪਰਸਨ ਸੀ, ਸੱਚ ਬੋਲਦਾ ਸੀ। ਉਹਨੇ ਇੱਕ ਵਾਰ ਦਸ਼ਮੇਸ਼ ਜੀ ਨੂੰ ਭਟਕਿਆ ਹੋਇਆ ਦੇਸ਼ ਭਗਤ ਕਹਿ ਦਿੱਤਾ ਬਈ ਗੁਰੂ ਗੋਬਿੰਦ ਸਿੰਘ ਜੀ ਆਵਾਜ਼ ਜੀ ਵੀ ਨਹੀਂ ਸ਼ਾਇਦ ਲਾਇਆ ਉਹਨੇ ਤਾਂ, ਮਿਸਗਾਈਡਡ ਪੈਟਰੀਓਟ। ਪ੍ਰਿੰਸੀਪਲ ਗੰਗਾ ਸਿੰਘ ਉਸ ਟਾਈਮ ਦੇ ਪ੍ਰਚਾਰਕ ਸੀਗੇ, ਉਹ ਇੱਕਦਮ ਗੱਡੀ ਪਕੜੀ, ਪਹੁੰਚ ਗਏ ਗਾਂਧੀ ਦੇ ਗੁਜਰਾਤ। ਸਿੱਧਾ ਹੀ ਸਵਾਲ ਇਹ ਕਰਿਆ ਬਈ ਤੁਸੀਂ ਜੀ ਕਹਿੰਦੇ ਮਿਸਗਾਈਡਡ ਪੈਟਰੀਓਟ ਸੀਗੇ 10ਵੇਂ ਪਾਤਸ਼ਾਹ, ਬਈ ਤੁਸੀਂ ਇਹ ਦੱਸੋ ਵੀ ਗੀਤਾ ਦਾ ਉਚਾਰਨ, ਗੀਤਾ ਨੂੰ ਮੰਨਦੇ ਤੁਸੀਂ? ਕਹਿੰਦਾ ਜੀ ਗੀਤਾ ਤਾਂ ਮੇਰੀ ਮਾਂ ਹੈ। ਕਹਿੰਦੇ ਦੱਸੋ ਗੀਤਾ ਕਿੱਥੇ ਲਿਖੀ ਗਈ ਸੀ? ਕਹਿੰਦੇ ਜੀ ਕੁਰੂਕਸ਼ੇਤਰ 'ਚ। ਕਿੱਥੇ ਲਿਖੀ ਗਈ ਸੀ? ਜੰਗ ਦੇ ਮੈਦਾਨ 'ਚ, ਰਥ ਦੇ ਉੱਤੇ ਖੜ੍ਹ ਕੇ ਜਦ ਪੂਰੇ ਯੁੱਧ ਦੀ ਤਿਆਰੀ ਸੀਗੀ, ਅਰਜਨ ਨੂੰ ਸੁਣਾਈ ਸੀਗੀ। ਬਲਕਿ ਪਾਂਡੋ ਤਾਂ ਹੌਸਲਾ ਹਾਰ ਚੁੱਕੇ ਤੇ ਉਹਨਾਂ ਨੂੰ ਖੜ੍ਹਾ ਕਰਿਆ ਕ੍ਰਿਸ਼ਨ ਜੀ ਨੇ ਲੜਨ ਵਾਸਤੇ ਵੀ ਆਪਣਾ ਫਰਜ਼ ਪਛਾਣੋ। ਅਤੇ ਤੁਸੀਂ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਮਾਰ ਧਾੜ ਕਰਦੇ ਸੀਗੇ ਵੀ ਇਸ ਕਰਕੇ ਅਸੀਂ ਉਹਨਾਂ ਨੂੰ ਮੰਨਦੇ ਨਹੀਂ ਹਾਂ। ਕ੍ਰਿਸ਼ਨ ਜੀ ਨੇ ਕਿਆ ਕਰਿਆ ਸੀ? ਰਾਮ ਚੰਦਰ ਜੀ ਨੇ ਕਿਆ ਕਰਿਆ ਸੀ? ਕਿੰਨੇ ਬਾਣ ਚਲਾਏ? ਬਾਲੀ ਨੂੰ ਕਿਹਨੇ ਮਾਰਿਆ? ਤਾਂ ਗਾਂਧੀ ਜੀ ਇੱਕਦਮ ਹਿੱਲ ਗਏ। ਉਹ ਸਤੋਗੁਣੀ ਤਾਂ ਸੀ, ਸੱਚ ਤਾਂ ਬੋਲਦਾ ਸੀ, ਲੇਕਿਨ ਉਹ ਸਪਿਰਿਚੁਅਲ ਜਾਂ ਡਿਵਾਈਨ ਸੱਚ ਨਹੀਂ ਸੀ ਪੱਲੇ ਗਾਂਧੀ ਜੀ ਦੇ, ਉਹ ਚੀਜ਼ ਹੋਰ ਹੁੰਦੀ ਹੈ। ਤੋ ਮਹਾਤਮਾ ਗਾਂਧੀ ਕਹਿ ਦਿੰਦੇ ਆਪਾਂ ਨੋਰਮਲੀ ਤ੍ਰੈਗੁਣਾ 'ਚ ਕਹਿੰਦੇ ਹਾਂ। ਮਹਾਤਮਾ ਦਾ ਸ਼ਬਦ ਤਾਂ ਬਹੁਤ ਉੱਚਾ ਹੁੰਦਾ, ਮਹਾਨ ਆਤਮਾ। ਠੀਕ ਹੈ, ਸੰਸਾਰੀ ਤੌਰ ਪਰ ਉਹ ਮਹਾਨ ਸੀ, ਪਰ ਰੂਹਾਨੀ ਤੌਰ ਪਰ ਮਹਾਤਮਾ ਗਾਂਧੀ ਨੂੰ ਕੋਈ ਰੂਹਾਨੀ ਕਹੇ ਇਹ ਗੱਲ ਜਚਦੀ ਨਹੀਂ। ਜਿਵੇਂ ਕਿਸੇ ਬਹੁਤ ਬੜੇ ਸਾਡੇ ਸਤਿਕਾਰਯੋਗ ਕਥਾਵਾਚਕ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਗੁਰਮੁਖ ਕਿਹਾ 2-3 ਵਾਰ, ਇਹ ਗੱਲ ਵੀ ਜਚਦੀ ਨਹੀਂ ਹੈ। ਰਣਜੀਤ ਸਿੰਘ ਇੱਕ ਮਹਾਰਾਜਾ ਸੀਗਾ, ਉਹਦੇ 'ਚ ਉਹ ਸਾਰੇ ਹੀ ਔਗਣ ਸੀ ਜਿਹੜੇ ਰਾਜਿਆਂ 'ਚ ਹੁੰਦੇ। ਹੀ ਵਾਜ਼ ਫੌਂਡ ਆਫ ਵਾਈਨ ਐਂਡ ਵਿਮਨ। ਉਹਨੂੰ ਗੁਰਮੁਖ ਕਹਿਣਾ ਜਚਦੀ ਨਹੀਂ ਗੱਲ, ਕਿਉਂਕਿ ਗੁਰਮੁਖ ਦਾ ਰੁਤਬਾ ਬਹੁਤ ਉੱਚਾ ਹੁੰਦਾ, ਰੂਹਾਨੀ ਨੂਰਾਨੀ ਹੁੰਦਾ ਗੁਰਮੁਖ। ਇੱਕ ਰਾਜਾ ਇਹੋ ਜਿਹੇ ਕੰਮ ਕਰੇ ਉਹ ਰੂਹਾਨੀ ਨਹੀਂ ਹੋ ਸਕਦਾ।
ਠੀਕ ਹੈ, ਇੱਕ ਬਹੁਤ ਵਧੀਆ ਗੁਰਸਿੱਖ ਸੀਗੇ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਤੇ ਗੁਰਸਿੱਖ ਹੋਣਾ ਹੋਰ ਚੀਜ਼ ਹੈ, ਰੂਹਾਨੀ ਗੁਰਮੁਖ ਹੋਣਾ ਹੋਰ ਚੀਜ਼ ਹੈ। ਸਾਧ ਸੰਗਤ ਜੀਓ, ਰਾਜਾ ਜਨਕ ਦੀ ਮਿਸਾਲ ਆਉਂਦੀ ਹੈ ਗੁਰਬਾਣੀ 'ਚ। ਗੁਰਮੁਖ ਮਾਇਆ ਵਿੱਚ ਉਦਾਸੀ, ਉਹਨੂੰ ਕਹਿ ਸਕਦੇ ਹਾਂ ਕਿਉਂਕਿ ਉਹ ਰੂਹਾਨੀ ਸੀ ਅੰਦਰ। ਬਹੁਤ ਸਾਰਾ ਹੋਰ ਵੀ ਕੁਛ ਹੈ ਐਸਾ ਜਿਹੜਾ ਵਿਚਾਰ ਕਰਨ ਯੋਗ ਹੈ, ਪਰ ਸਮਾਂ ਕਾਫੀ ਹੋ ਗਿਆ, 40 ਮਿੰਟ ਦੀ ਪਹਿਲਾਂ ਹੀ ਆਲਰੇਡੀ ਹੋ ਚੁੱਕੀ ਹੈ। ਬਸ ਇੱਕ ਦੋ ਬਾਤਾਂ ਕਹਿ ਕੇ ਸਤਸੰਗ ਦੀ ਸਮਾਪਤੀ ਹੈ। ਪਵਿੱਤਰ ਫੁਰਮਾਨ ਹੈ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਨ। ਪੜ੍ਹੇ ਪੜ੍ਹੀਏ ਨਹੀਂ ਪੜ੍ਹਨਾ, ਇਹਨੂੰ ਸਿਹਾਰੀ ਲੱਗੀ ਹੋਈ, ਪੜ੍ਹੇ ਨਾਹੀਂ ਭੇਦ ਬੁੱਝਿਆ, ਇਹਨੂੰ ਬੁੱਝਿਆ ਨਹੀਂ ਕਹਿਣਾ, ਬੁੱਝਿਆ ਪਾਵਨ। ਫਿਰ ਉਹੀ ਬਾਤ ਆ ਰਹੀ ਹੈ ਵੀ ਪੜ੍ਹਨੇ ਨਾਲ ਭੇਦ ਨਹੀਂ ਆਉਣਾ ਭਾਈ, ਬੁੱਝਣ ਨਾਲ ਆਉਣਾ। ਪੜ੍ਹੈ ਗੁਣੈ ਤੂੰ ਬਹੁਤ ਪੁਕਾਰੈ, ਬਿਨ ਬੂਝੇ ਤੂੰ ਡੁੱਬ ਮੁਆ। ਪੜ੍ਹਦਾ ਬਹੁਤ ਹੈ, ਗੁਣਦਾ ਬਹੁਤ ਹੈ, ਉੱਚੀ ਉੱਚੀ ਰੌਲਾ ਵੀ ਪਾ ਕੇ ਸੁਣਾਉਂਦਾ ਹੈ, ਪਰ ਬਿਨ ਬੁੱਝੇ ਤੂੰ ਡੁੱਬ ਮੁਆ। ਤੂੰ ਡੁੱਬਿਆ ਵਾ ਸਮਝ ਆਪਣੇ ਆਪ ਨੂੰ, ਜੇ ਤੂੰ ਬੁੱਝਦਾ ਨਹੀਂ। ਜਹ ਜਹ ਦੇਖੋ ਤਹ ਤਹ ਸਾਚਾ, ਬਿਨ ਬੂਝੇ ਝਗੜਤ ਜਗ ਕਾਚਾ। ਹੈ ਹਰ ਜਗ੍ਹਾ ਉਹੀ ਹੈ, ਪਰ ਬਿਨਾਂ ਬੁੱਝੇ ਤੋਂ ਝਗੜਾ ਹੁੰਦਾ ਜੱਗ ਦੇ ਵਿੱਚ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਰੱਬ ਦੇ ਨਾਂ ਪਰੇ ਝਗੜੇ ਹੁੰਦੇ, ਕਿਉਂਕਿ ਬੁੱਝਿਆ ਨਹੀਂ ਹੈ। ਜਿਹਨੇ ਬੁੱਝ ਲਿਆ ਉਹਦਾ ਝਗੜਾ ਖਤਮ। ਝਗੜਾ ਇੱਕ ਨਿਬੇੜੋ ਰਾਮ, ਜੋ ਤੁਮ ਆਪਣੇ ਜਨ ਸਿਓ ਕਾਮ। ਤੋ ਕਬੀਰ ਜੀ ਦਾ ਝਗੜਾ ਤਾਂ ਨਿਬੜਿਆ ਵਾ ਸੀ, ਉਹ ਸਾਡੇ ਵਾਸਤੇ ਲਿਖ ਰਹੇ ਵੀ ਸਾਡਾ ਝਗੜਾ ਨਹੀਂ ਮੁੱਕਣਾ ਬਾਈ, ਜਿੰਨਾ ਚਿਰ ਆਪਾਂ ਸਮਝਦੇ ਨਹੀਂ ਹੈ ਉਹਨੂੰ, ਅੰਦਰ ਸਹਿਜ ਧੁਨ ਨਹੀਂ ਸਾਡੇ ਚੱਲਦੀ, ਕਿਵੇਂ ਇਹ ਝਗੜਾ ਮੁੱਕੂਗਾ। ਇਹ ਕਿੱਥੇ ਮੁੱਕਣਾ ਹੈ? ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਇ। ਸੰਗਤ ਵਿੱਚ ਜਾਣਾ ਹੀ ਪਊਗਾ, ਮਨ ਨੂੰ ਨੀਵਾਂ ਕਰਨਾ ਹੀ ਪਊਗਾ, ਫਿਰ ਜਾ ਕੇ ਇਹ ਝਗੜਾ ਨਿਬੜ ਸਕਦਾ ਹੈ। ਔਰ ਆਖਰੀ ਬਾਤ ਕਹਿ ਕੇ ਸਮਾਪਤੀ ਕਰੀਏ, ਮਿਲ ਪਾਣੀ ਜਿਉਂ ਹਰੇ ਬੂਟ, ਸਾਧ ਸੰਗਤ ਤਿਉਂ ਹਉਮੈ ਛੂਟ। ਜਿਵੇਂ ਪਾਣੀ ਦੇ ਮਿਲਣ ਨਾਲ ਬੂਟੇ ਹਰੇ ਭਰੇ ਹੋ ਜਾਂਦੇ ਹਨ, ਸਾਧ ਸੰਗਤ ਦੇ ਵਿੱਚ ਜਾਣ ਨਾਲ ਹਉਮੈ ਟੁੱਟ ਜਾਂਦੀ ਹੈ, ਬੰਦਾ ਹਰਾ ਭਰਾ ਹੋ ਜਾਂਦਾ। ਹਉਮੈ ਦੇ ਵਿੱਚ ਅਸੀਂ ਮੁਰਝਾਏ ਹੋਏ ਹਾਂ, ਭਾਵੇਂ ਆਪਣੇ ਆਪ ਨੂੰ ਖੱਬੀ ਖਾਨ ਵੀ ਸਮਝਦੇ ਹਾਂ ਹਉਮੈ ਵਿੱਚ, ਪਰ ਗੁਰਬਾਣੀ ਅਨੁਸਾਰ ਅਸੀਂ ਸੁੱਤੇ ਪਏ ਹਾਂ, ਮਰੇ ਹੋਏ ਹਾਂ, ਡੁੱਬੇ ਹੋਏ ਹਾਂ। ਜੇ ਸੰਗਤ ਵਿੱਚ ਜਾਵਾਂਗੇ, ਸੰਗਤ ਮਿਲ ਗਈ, ਕਰਨੇ ਤੋਂ ਬਾਅਦ ਅਗਲਾ ਸਟੈਪ ਜਿਹੜਾ ਮਿਲਣੇ ਦਾ, ਜੇ ਮਿਲ ਗਈ ਸੰਗਤ ਫਿਰ ਹਰੇ ਭਰੇ। ਕੋਈ ਅਪਸ਼ਬਦ ਦੀ ਖਿਮਾ ਦਿਓ, ਆਗਿਆ ਦਿਓ, ਅਸੀਸਾਂ ਵੀ ਸਾਧ ਸੰਗਤ ਜੀਓ। ਤੁੱਛ ਬੁੱਧੀ ਅਨੁਸਾਰ ਵਿਚਾਰ ਕਰੀਏ, ਕੋਈ ਨਾ ਕੋਈ ਅਪਸ਼ਬਦ ਜ਼ਰੂਰ ਨਿਕਲ ਜਾਂਦਾ ਕਿਤੇ ਨਾ ਕਿਤੇ। ਬੰਦਾ ਭੁੱਲਣਹਾਰ ਜੋ ਹੋਇਆ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।